वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। नासिरो मंसूर गुरु गोबिंद सिंह ईज दी मंजूर गुरु गोबिंद सिंह। हकरा गंजूर गुरु गोबिंद सिंह जुमला फैज नूर गुरु गोबिंद सिंह। हक हक अगाह गुरु गोबिंद सिंह शाहु शहनशाह गुरु गोबिंद सिंह। पीवो बाहुल खंडे तार होए जन्म सुहेला। वाह वाह गोबिंद सिंह आपे गुर चेला। वाह वाह गोबिंद सिंह आपे गुर चेला। परम सत्कारयोग जुगो जुग अटल चवर छतर तख्त दे मालक गुरता गद्दी ते विराजमान। समुची कायनात दे सर्ब सांझे रहबर पिता धन धन श्री गुरु ग्रंथ साहिब महाराज जी की पावन पित्र हजूरी गोद विच जोलों मिल बैठी वडभागी सतसंगी जनों। आओ एकागर चित दे नाल सतगुरां दे पावन हजूर चरनां दे विच खालसे नूं बख्शी हुई फतेह नूं बुलंद करिए। कोई भी रसना वांझी न रहे, सारे रसना नूं करो पवित्र। गज के परवाणो जी। वाहिगुरु जी का खालसा वाहिगुरु जी की फतेह। एक बार हो आखो जी वाहिगुरु जी का खालसा वाहिगुरु जी की फतेह। वडभागी हो जो पिता धन गुरु गोबिंद सिंह महाराज चौजी प्रीतम दशमेश पिता तिन्हां दी बेअंत बख्शिश सुगातां दे विचों खालसे नूं महान बख्शिश खालसा साजना दिहाड़े नूं अते विसाख दे महीने दी अरबता नूं बड़े प्यार सत्कार दे नाल आप जी बना रहे हो। साध संगत इतिहास ते आपां बड़ी बार वाचिया है। गुरु के कीर्तनीए भी अजकल गुरबाणी दे राही गायन करदियां इतिहास दी कुछ को झलकां संगतां नाल सांझियां करदे हन। उत्थे ही गुरु घर दे प्रचारक कथावाचक जिन्हां तो आप सेवा लैके धन गुरु ग्रंथ साहिब महाराज हजूरी दे अंदर इतिहास दियां संगतां दे नाल सांझ कराउंदे हन। आपां सारे ही इस गल नूं कई बार दोहरा चुके हाँ कि सतगुरु जी ने खालसा साजिया। गुरु गोबिंद सिंह महाराज सच्चे पातशाह जी का साजिया होया ये खालसा विसाख नूं विसाखी दे दिहाड़े नूं समर्पित 1699 की विसाखी जदों खालसे की सिरजना हुई। ये गल्लां आपां इतिहास दे विच कई बार दोहराइयां हन।
ਸਾਧ ਸੰਗਤ 'ਚ ਦੁਹਰਾਓ ਬਹੁਤ ਜ਼ਰੂਰੀ ਹੈ ਜੀਵਨ ਦੇ ਵਿੱਚ, ਕਿਉਂਕਿ ਜਿਸ ਚੀਜ਼ ਦਾ ਦੁਹਰਾਓ ਆਪਾਂ ਛੱਡ ਦਿੰਦੇ ਹਾਂ, ਹੌਲੇ ਹੌਲੇ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ, ਜੀਵਨ ਦੇ ਵਿੱਚ ਲੁਪਤ ਹੋ ਜਾਂਦੀ ਹੈ। ਇਸੇ ਢੰਗ ਦੇ ਨਾਲ ਜੇ ਕੋਈ ਰਾਗੀ ਸਿੰਘ ਆਪਣੇ ਰਾਗ ਨੂੰ ਕੀਰਤਨ ਦੇ ਰਾਹੀਂ ਨਾ ਦੁਹਰਾਵੇ, ਗੁਰਬਾਣੀ ਅਤੇ ਇਤਿਹਾਸ ਨੂੰ ਆਪਾਂ ਨਾ ਜੀਵਨ ਦੇ ਵਿੱਚ ਦੁਹਰਾਈਏ, ਤੇ ਸਚਾਈ ਹੈ ਅੱਜ ਦੇ ਦੌਰ ਦੇ ਉੱਤੇ ਇਤਿਹਾਸ, ਗੁਰੂ ਕੀ ਬਾਣੀ ਸਿੱਖਾਂ ਦੇ ਮਨ ਦੇ ਵਿੱਚੋਂ ਬਹੁਤ ਦੂਰ ਵਿਖਦੀ ਨਜ਼ਰ ਆਉਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਚੌਜੇ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤਿਨਾਂ ਦੇ ਜੀਵਨ ਦੇ ਵਿੱਚ 42 ਕੁ ਸਾਲਾਂ ਦੀ ਸਤਿਗੁਰੂ ਜੀ ਦੀ ਉਮਰ ਹੈ। 42 ਕੁ ਸਾਲਾਂ ਦੇ ਵਿੱਚ ਸਤਿਗੁਰੂ ਜੀ ਜੋ ਅਚਰਜ ਕੌਤਕ ਕੀਤੇ ਹਨ, ਔਰੰਗਜ਼ੇਬ ਵਰਗੇ 92 ਸਾਲ ਦੀ ਉਮਰ ਤੱਕ ਵੀ ਨਾ ਕਰ ਸਕੇ। ਸਾਧ ਸੰਗਤ ਆਪਾਂ ਫੁੱਲਾਂ ਨੂੰ ਬੜੀ ਵਾਰ ਵੇਖਿਆ, ਫੁੱਲ ਦੀ ਉਮਰ ਬੜੀ ਥੋੜੀ ਹੁੰਦੀ ਹੈ, ਪਰ ਜਿੰਨੀ ਚਿਰ ਉਹ ਖਿੜਦਾ ਹੈ ਨਾ, ਉਹਦੀ ਖੁਸ਼ਬੂ ਹਰ ਇੱਕ ਮਨੁੱਖ ਨੂੰ ਪ੍ਰਸੰਨਤਾ ਦਿੰਦੀ ਹੈ, ਹਰ ਇੱਕ ਮਨੁੱਖ ਦੇ ਮਨ ਦੇ ਵਿੱਚ ਖਿੜਾਓ ਪੈਦਾ ਕਰਦੀ ਹੈ। ਕੰਡੇ ਦੀ ਉਮਰ ਬਹੁਤ ਲੰਬੀ ਹੁੰਦੀ ਹੈ, ਪਰ ਉਹ ਕਿਸੇ ਨੂੰ ਸੁੱਖ ਨਹੀਂ ਜੇ ਦੇ ਸਕਦਾ। ਕੰਡਾ ਲੱਗਿਆ ਭਾਵੇਂ ਫੁੱਲ ਦੇ ਨਾਲ ਹੀ ਹੈ, ਪਰ ਜੇ ਕਿਸੇ ਨੇ ਉਸ ਨੂੰ ਸਪਰਸ਼ ਵੀ ਕਰਨ ਦਾ ਯਤਨ ਕੀਤਾ, ਉਹਨੂੰ ਦੁੱਖ ਹੀ ਪ੍ਰਾਪਤ ਹੋਵੇਗਾ, ਸੁੱਖਾਂ ਦੀ ਕਿੱਥੋਂ ਵੀ ਪ੍ਰਾਪਤੀ ਨਹੀਂ ਹੋਣੀ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 42 ਕੁ ਸਾਲਾਂ ਦੇ ਜੀਵਨ ਜਦੋਂ ਅਸੀਂ ਵਾਚਦੇ ਹਾਂ, ਸਤਿਗੁਰੂ ਜੀ ਨੇ ਇੰਨੇ ਅਚਰਜ ਕੌਤਕ ਕੀਤੇ ਨੇ। ਇੱਕ ਫੁੱਲ ਦੀ ਮਹਿਕ ਦੇ ਵਾਂਗੂ ਸਤਿਗੁਰੂ ਜੀ ਨੇ ਆਪਣੀ ਬਖਸ਼ਿਸ਼ਾਂ ਨੂੰ ਸਮੁੱਚੇ ਸੰਸਾਰ ਦੇ ਵਿੱਚ ਫੈਲਾ ਦਿੱਤਾ। ਇਹ ਗੱਲ ਕਹਿਣ ਦੇ ਵਿੱਚ ਕੁਰੇਜ ਨਹੀਂ ਕਿ ਰਹਿੰਦੀ ਦੁਨੀਆ ਤੱਕ ਸਤਿਗੁਰੂ ਜੀ ਦੀ ਬਖਸ਼ੀ ਹੋਈ ਦਾਤ, ਸਤਿਗੁਰੂ ਜੀ ਦੀ ਹੋਈ ਫੈਲਾਈ ਉਹ ਖੁਸ਼ਬੂ ਰਹਿੰਦੀ ਦੁਨੀਆ ਤੱਕ ਜਿਉਂਦੀ ਰਹੇਗੀ। ਉਚਾਰਨ ਕਰੋ ਸਤਨਾਮ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਾਲਸਾ ਸਾਜਣ ਦੀ ਲੋੜ ਕਿਉਂ ਪਈ? ਖਾਲਸਾ ਸਾਜਿਆ ਗਿਆ ਹੈ, ਸਾਨੂੰ ਸਭ ਨੂੰ ਪਤਾ ਹੈ। ਲੋੜ ਕਿਉਂ ਪਈ ਹੈ? ਆਪ ਜੀਆਂ ਨੂੰ ਪਤਾ ਹੈ, ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸਤਿਗੁਰੂ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਦੇ ਹੁਕਮ ਯਾਸ਼ਾ ਕਾਨੂੰਨ ਦੇ ਤਹਿਤ ਸ਼ਹੀਦ ਕਰ ਦਿੱਤਾ ਗਿਆ, ਸਤਿਗੁਰੂ ਜੀ ਨੇ 2 ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਜੀ, ਇੱਕ ਧੀਰ ਦੀ, ਇੱਕ ਰਾਖੇ ਕਰੀ ਵਜ਼ੀਰ ਦੀ। ਸਤਿਗੁਰੂ ਜੀ ਨੇ 2 ਤਲਵਾਰਾਂ ਪਹਿਨ ਕੇ ਸਮੁੱਚੀ ਜਗਤ ਨੂੰ ਇਹ ਸੰਦੇਸ਼ ਜਾਰੀ ਕਰ ਦਿੱਤਾ ਕਿ ਜਿਨ੍ਹਾਂ ਦੇ ਹੱਥ ਦੇ ਵਿੱਚ ਪੀਰੀ ਦੀ ਮਾਲਾ ਹੈ, ਭਾਵ ਪੀਰੀ ਦਾ ਬਾਣਾ ਜਿਨ੍ਹਾਂ ਦੇ ਹੱਕ ਦੇ ਵਿੱਚ ਹੈ, ਜੇਕਰ ਕੋਈ ਸਮਝਦਾ ਹੈ ਕਿ ਜਬਰ ਜ਼ੁਲਮ ਦੇ ਨਾਲ ਉਸ ਪੀਰੀ ਨੂੰ ਮੁਕਾ ਦਿੱਤਾ ਜਾਵੇਗਾ, ਉਸ ਨੂੰ ਕਾਇਮ ਨਹੀਂ ਰਹਿਣ ਦਿੱਤਾ, ਤੇ ਸਤਿਗੁਰੂ ਜੀ ਨੇ ਕਿਹਾ ਫਿਰ ਮੀਰੀ ਦੀ ਤਲਵਾਰ ਪਹਿਨਣਾ ਲਾਜ਼ਮੀ ਹੈ। ਇੱਕ ਹੱਥ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਪੀਰੀ ਦੀ ਮਾਲਾ ਫਰੀ, ਉੱਥੇ ਮੀਰੀ ਦੀ ਕਿਰਪਾਨ ਪਹਿਨ ਕੇ 2 ਤਲਵਾਰਾਂ ਦੇ ਰਾਹੀਂ ਸਤਿਗੁਰੂ ਜੀ ਨੇ ਇਹ ਸੰਦੇਸ਼ ਜਾਰੀ ਕੀਤਾ ਕਿ ਜੇ ਪੀਰੀ ਨੂੰ ਬਚਾਉਣਾ ਤੇ ਮੀਰੀ ਧਾਰਨ ਕਰਨੀ ਪਵੇਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਹੀ ਸ਼ਸਤਰ ਭੇਟ, ਕਿਉਂਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਅੰਤ ਭੇਟਾਵਾਂ ਹਾਜ਼ਰ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤਾਂ ਬੇਅੰਤ ਕੀਮਤੀ ਪਦਾਰਥ ਭੇਟਾ ਕਰਦੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਮਾਲੇ, ਦੁਸਾਲੇ, ਹੋਰ ਕੀਮਤੀ ਭੇਟਾਵਾਂ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਸੰਗਤਾਂ ਨੇ ਰਮਾਲੇ, ਦੁਸਾਲੇ, ਹੋਰ ਅਨਾਜ, ਕੀਮਤੀ ਪਦਾਰਥ ਭੇਟਾ ਕੀਤੇ, ਮਹਾਰਾਜ ਨੇ ਕਿਹਾ ਮੈਨੂੰ ਸ਼ਸਤਰਾਂ ਦੀ ਲੋੜ ਹੈ, ਮੈਨੂੰ ਸ਼ਸਤਰ ਚਾਹੀਦੇ ਹਨ। ਜੇ ਭੇਟਾ ਕਰਨੇ ਹਨ, ਚੰਗੇ ਤੋਂ ਚੰਗੇ ਸ਼ਸਤਰ ਹੋਣ, ਚੰਗੇ ਘੋੜੇ ਨਸਲ ਦੇ ਹੋਣ, ਨੌਜਵਾਨੀਆਂ ਦੀਆਂ ਜਵਾਨੀਆਂ ਮੈਨੂੰ ਭੇਟਾ ਕਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੀਰੀ ਨੂੰ ਕਾਇਮ ਰੱਖਿਆ ਜਾਵੇ। ਤੇ ਸਾਧ ਸੰਗਤ ਅੱਜ ਅਚਰਜ ਖੇਡ ਬਣੀ ਹੈ। ਉਹ ਕੀ ਬਣੀ ਹੈ?
ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਸਤਰ ਭੇਟਾ ਵਾਸਤੇ ਸੰਗਤਾਂ ਨੂੰ ਉਪਦੇਸ਼ ਹੁਕਮ ਦਿੰਦੇ ਨੇ। ਅੱਜ ਮੇਰੇ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਦੀ ਭੇਟ ਮੰਗੀ ਹੈ। ਸੀਸ ਦੀ ਮਹਾਰਾਜ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਸ਼ਮੀਰੀ ਪੰਡਤ ਆਏ ਨੇ ਤੇ ਸਾਧ ਸੰਗਤ ਕਿਸੇ ਪਾਸੋਂ ਸੁਣਵਾਈ ਹੁੰਦੀ ਨਜ਼ਰ ਨਾ ਆਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਦੇ ਵਿੱਚ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਜ਼ੋਹੀ ਕਰਦੇ ਨੇ ਕਿ ਸਾਡਾ ਧਰਮ ਸੰਕਟ ਦੇ ਵਿੱਚ ਹੈ, ਸਾਡੇ ਮੰਦਰ, ਸਾਡੀਆਂ ਚੋਟੀਆਂ, ਸਾਡੀ ਬੋਧੀਆਂ, ਸਭ ਕੁਝ ਸੰਕਟ ਦੇ ਵਿੱਚ ਹੈ। ਤਿਲਕ ਜੰਜੂ ਸਾਡੇ ਸੰਕਟ ਵਿੱਚ ਹੈ। ਜੇ ਕੋਈ ਉਸ ਨੂੰ ਰੱਖ ਸਕਦਾ, ਬਚਾ ਸਕਦਾ ਹੈ ਤੇ ਗੁਰੂ ਨਾਨਕ ਦੀ ਗੱਦੀ ਬਚਾ ਸਕਦੀ ਹੈ। ਕਿਰਪਾ ਕਰੋ, ਸਾਡੇ ਧਰਮ ਨੂੰ ਬਚਾ ਲਵੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਸ਼ਮੀਰੀ ਪੰਡਤਾਂ ਦੇ ਸਾਹਮਣੇ ਹਨ। 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੀ ਜਦੋਂ ਗੋਬਿੰਦ ਰਾਏ ਬਣ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਆਉਂਦੇ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੇਖਦੇ ਨੇ ਕਿ ਕਸ਼ਮੀਰੀ ਕੰਡਕਾਂ ਦਾ ਇਕੱਠ ਵਿਰਲਾਪ ਕਰ ਲਿਆ ਹੈ, ਬੈਰਾਗਮਈ ਅਵਸਥਾ ਦੇ ਵਿੱਚ ਪੁਕਾਰ ਪਿਆ ਕਰਦਾ ਹੈ। ਧਰਮ ਸੰਕਟ ਦੀ ਗੱਲਾਂ ਜਦੋਂ ਸੁਣੀਆਂ ਤੇ ਕਹਿੰਦੇ ਪਿਤਾ ਜੀ ਇਹ ਵਿਰਾਗ ਕਿਉਂ ਕਰਦੇ ਨੇ, ਇਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਕਿਉਂ ਨੇ, ਇਹ ਤੇ ਸਾਰੇ ਧਰਮੀ ਜਾਪਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ਲਾਲ ਜੀ ਅੱਜ ਇਹਨਾਂ ਦਾ ਸੰਕਟ ਦੇ ਵਿੱਚ ਧਰਮ ਆ ਗਿਆ ਹੈ। ਕਿਸੇ ਦੇ ਉੱਤੇ ਸੰਕਟ ਆ ਜਾਵੇ, ਕਿਸੇ ਰੋਗ ਦਾ ਆ ਜਾਵੇ, ਕੋਈ ਸਮਾਂ ਸੰਕਟ ਬਣ ਜਾਵੇ, ਕੋਈ ਦੁਵਿਧਾ ਬਣ ਜਾਵੇ, ਦੂਰ ਕੀਤੀ ਜਾ ਸਕਦੀ ਹੈ। ਪਰ ਹੁਣ ਜਿਸ ਨੂੰ ਇਹ ਜਪ ਤਪ ਮੰਨਦੇ ਨੇ, ਜਿਸ ਦੀ ਜੁਗਤ ਕਰਦੇ ਨੇ, ਅੱਜ ਇਹਨਾਂ ਦਾ ਧਰਮ ਹੀ ਸੰਕਟ ਵਿੱਚ ਆਇਆ। ਪਿਤਾ ਜੀ ਹੁਣ ਕੀ ਹੋਵੇਗਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 9 ਸਾਲ ਦੀ ਉਮਰ ਬਾਲਕ ਗੋਬਿੰਦ ਰਾਏ ਨੂੰ ਕਿਹਾ ਕਿ ਲਾਲ ਜੀ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਮਹਾਂਪੁਰਸ਼ ਦੀ ਬਲਿਦਾਨ ਦੀ ਲੋੜ ਹੈ, ਆਹੁਤੀ ਦੇਣੀ ਪਵੇਗੀ। ਤੇ ਸਾਧ ਸੰਗਤ ਸੰਸਾਰ ਦੇ ਵਿੱਚ ਤੁਸੀਂ ਬੜਾ ਇਤਿਹਾਸ ਪੜ੍ਹਿਆ ਹੈ, ਕਈ ਐਸੇ ਮਿਸਾਲਾਂ ਪੜ੍ਹੀਆਂ ਹਨ, ਪਰ ਕੋਈ ਐਸੀ ਮਿਸਾਲ ਸੰਸਾਰ ਦੇ ਵਿੱਚ ਨਾ ਪੜ੍ਹੀ ਹੋਵੇਗੀ ਕਿ 9 ਸਾਲ ਦਾ ਇੱਕ ਬਾਲਕ ਆਪਣੇ ਪਿਤਾ ਨੂੰ ਕਹਿ ਰਿਹਾ ਹੈ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਮਹਾਂਪੁਰਸ਼, ਤੁਹਾਡੇ ਤੋਂ ਵੱਡਾ ਕੋਈ ਜਪਸੀ ਤਪਸਵੀ ਕੋਈ ਨਹੀਂ। ਜੇ ਤੁਹਾਡੇ ਬਲਿਦਾਨ ਦੇ ਕਰ ਇਹਨਾਂ ਦਾ ਸੰਕਟ ਧਰਮ ਦੇ ਵਿੱਚ ਹੈ, ਇਹਨਾਂ ਦਾ ਧਰਮ ਬਚਦਾ ਹੈ, ਤੇ ਪਿਤਾ ਜੀ ਤੁਸੀਂ ਆਪ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਇਹਨਾਂ ਦਾ ਧਰਮ ਬਚਾ ਲਵੋ। ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਇੱਕ ਵਚਨ ਆਖੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਨ ਦੇ ਵਿੱਚ ਐਸਾ ਖਿੜਾਓ ਪ੍ਰੇਮ ਰਸ ਪੈਦਾ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਹ ਜੀਵਨ ਦੀ ਅਸਲ ਝਲਕ ਗੋਬਿੰਦ ਰਾਏ ਦੇ ਵਿੱਚ ਵਿਖ ਗਈ ਕਿ ਜਦੋਂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦਾ ਜੇ ਕੋਈ ਮਾਲਕ ਬਣ ਸਕਦਾ ਹੈ ਤੇ ਗੋਬਿੰਦ ਰਾਏ। 9 ਸਾਲ ਦਾ ਇੱਕ ਬੱਚਾ ਕਹਿ ਰਿਹਾ ਆਪਣੇ ਪਿਤਾ ਨੂੰ ਕਿ ਜੇ ਮੈਂ ਅਨਾਥ ਹੋ ਜਾਵਾਂ, ਸੰਸਾਰ ਦੇ ਬੱਚੇ ਅਨਾਥ ਹੋਣ ਤੋਂ ਬਚਦੇ ਨੇ, ਪਿਤਾ ਜੀ ਤੁਸੀਂ ਇਹਨਾਂ ਦੇ ਅਨਾਥ ਹੋਣ ਦੇ ਬਚਾਉਣ ਕਰਕੇ ਆਪਣਾ ਬਲਿਦਾਨ ਦਿਓ। 9 ਸਾਲ ਦੇ ਬਾਲਕ ਨੇ ਆਪਣੇ ਪਿਤਾ ਨੂੰ ਕਿਹਾ ਹੈ। 9 ਸਾਲ ਦੀ ਉਮਰ ਸਾਧ ਸੰਗਤ ਅੱਜ ਕੱਲ੍ਹ ਆਪਣੇ ਬੱਚਿਆਂ ਨੂੰ ਸਹੀ ਢੰਗ ਦੇ ਨਾਲ ਕਿਤਾਬਾਂ ਪੈਨਸਲਾਂ ਨਹੀਂ ਫੜਨੀਆਂ ਹੁੰਦੀਆਂ। ਇਹ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਜਹਾਨ ਦੇ ਵਾਲੀ ਚੋਜੀ ਪ੍ਰੀਤਮ ਦੇ ਕੌਤਕ ਸਨ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਦੋਂ ਸ਼ਹੀਦੀ ਹੋਈ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਸੰਸਾਰ ਦੇ ਵਿੱਚ ਹੁਣ ਹੁਕਮਰਾਨ ਜਿਹੜੇ ਨੇ, ਰਾਜੇ ਸੀ ਮੁਕੱਦਮ ਕੁੱਤੇ, ਇਹ ਹੁਣ ਕੀ ਬਣ ਗਏ ਨੇ? ਹੁਣ ਸਿੰਘ ਬਣ ਗਏ ਨੇ। ਹੁਣ ਇਹਨਾਂ ਨੇ ਲੋਕਾਂ ਦੇ ਧਰਮ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ। ਦੁਨੀਆ ਦੇ ਵਿੱਚ ਇੱਕੋ ਹੀ ਧਰਮ ਰਹਿ ਜੇ, ਇਹਨਾਂ ਦਾ ਸੰਕਲਪ ਹੈ ਹਿੰਦੂਆਂ ਦੇ ਜੰਜੂ ਉਤਾਰ ਕੇ ਇਹਨਾਂ ਨੇ ਧਰਮ ਰਹਿਣ ਨਹੀਂ ਦੇਣਾ। ਸਤਿਗੁਰਾਂ ਦੀ ਮਹਾਨ ਸ਼ਹਾਦਤ ਜਦੋਂ ਦਿੱਲੀ ਦੇ ਧਰਤੀ ਤੇ ਹੁੰਦੀ ਹੈ, ਅੱਜ ਦਾ ਜਿਹੜਾ ਦਿਹਾੜਾ ਹੈ ਨਾ, ਇਹਦੇ ਨਾਲ ਅੱਜ 2 ਗੁਰਪੁਰਬ ਹੋਰ ਵੀ ਬਣਦੇ ਹਨ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ
ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਦਿੱਲੀ ਦੇ ਧਰਤੀ ਤੇ ਮਹਾਮਾਰੀ ਨੂੰ ਰੋਕਣ ਲਈ ਆਉਂਦੇ ਹਨ ਤੇ ਸਤਿਗੁਰੂ ਜੀ ਦੀ ਮਹਾਨ ਸ਼ਹਾਦਤ, ਇੱਕ ਪਾਸੇ ਸਤਿਗੁਰੂ ਜੀ ਸਾਰਾ ਸੰਕਟ, ਦਿੱਲੀ ਦੀ ਸਾਰੀ ਬਿਮਾਰੀਆਂ ਸਤਿਗੁਰੂ ਜੀ ਆਪਣੇ ਉੱਤੇ ਲੈ ਕੇ ਲੋਕਾਈ ਦੀ ਰੱਖਿਆ ਕਰਦੇ ਨੇ, ਤੇ ਦੂਜੇ ਪਾਸੇ ਸਤਿਗੁਰੂ ਜੀ ਦੇ ਪਾਵਨ ਪਿੱਤਰ ਇਹ ਬਚਨ ਬਾਬਾ ਬਸੇ ਗ੍ਰਾਮ ਬਕਾਲੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰਿਆਈ ਦਿੱਤੀ ਹੈ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਵੀ ਹੈ। ਇਹ ਕਦੇ ਪਹਿਲਾਂ ਨਹੀਂ ਹੋਇਆ। ਪੋਤਰੇ ਨੇ ਆਪਣੇ ਦਾਦੇ ਨੂੰ ਗੱਦੀ ਦੇ ਦਿੱਤੀ ਹੋਵੇ, ਪਹਿਲਾਂ ਪੋਤਰੇ ਨੂੰ ਗੱਦੀ ਪ੍ਰਾਪਤ ਹੋਈ ਹੈ, ਫਿਰ ਦਾਦੇ ਨੂੰ ਪ੍ਰਾਪਤ ਹੋਈ ਹੈ, ਤੇ ਬਚਨਾਂ ਦੇ ਰਾਹੀਂ ਇਸ਼ਾਰਾ ਕਰਕੇ ਦੱਸਿਆ ਕਿ ਹੁਣ ਜੇ ਕੋਈ ਹੈ ਗੱਦੀ ਦਾ ਮਾਲਕ, ਉਹ ਗੁਰੂ ਤੇਗ ਬਹਾਦਰ ਹੈ। ਤੇ ਸਾਧ ਸੰਗਤ ਜਿਸ ਦਾ ਨਾਮ ਹੀ ਤੇਗ ਬਹਾਦਰ ਹੋਵੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਸਤਿਗੁਰਾਂ ਜੀ ਦੀ ਥੋੜੀ ਜੀ ਉਮਰ ਬੀਤੀ ਹੈ ਨਾ, ਆ ਦਿਨ ਆਇਆ 1699 ਦੀ ਵਿਸਾਖੀ ਦਾ। ਇੱਕ ਦਿਨ ਸੀ ਜਦੋਂ ਮੀਰੀ ਪੀਰੀ ਦੇ ਮਾਲਕ ਨੇ ਸ਼ਸਤਰ ਭੇਟਾ ਕਰਨ ਵਾਸਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ। ਅੱਜ ਉਹਨਾਂ ਸ਼ਸਤਰਾਂ ਨੂੰ ਭਾਗ ਲੱਗਣੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੱਜੇ ਹੱਥ ਦੇ ਵਿੱਚ ਸ਼ਮਸ਼ੀਰ ਫੜ ਕੇ ਬੜੇ ਹੁਕਮਨਾਮੇ ਘੱਲੇ ਗਏ ਨੇ, ਸੰਗਤਾਂ ਨੂੰ ਇਕੱਠ ਕੀਤਾ ਗਿਆ ਹੈ। ਇਤਿਹਾਸ ਦੇ ਵਿੱਚ ਅਲੱਗ-ਅਲੱਗ ਅੰਕਾਂ ਦੇ ਨਾਲ ਇਕੱਠ ਨੂੰ ਜੋੜਿਆ ਗਿਆ ਹੈ। ਕੋਈ ਕਿੰਨੇ ਹਜ਼ਾਰਾਂ ਦਾ ਇਕੱਠ ਦੱਸਦਾ ਹੈ। ਖੈਰ ਅਸੀਂ ਤਰਕ ਵਾਲੇ ਪਾਸੇ ਨਾ ਜਾਈਏ, ਇਤਿਹਾਸ ਦੀ ਗੱਲ ਵੇਖੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਕੱਠ ਕੀਤਾ, ਸੰਗਤਾਂ ਨੂੰ ਇਕੱਤਰ ਹੋਣ ਲਈ ਅਨੰਦਪੁਰ ਦੀ ਧਰਤੀ ਤੇ ਸੱਦਾ ਦਿੱਤਾ ਹੈ, ਤੇ ਸਾਧ ਸੰਗਤ ਹਜ਼ਾਰਾਂ ਦੇ ਇਕੱਠ ਨੇ, ਸੋ ਨਹੀਂ। ਅੱਜ ਆਪਾਂ ਜੇ ਗੁਰੂ ਘਰਾਂ ਦੇ ਵਿੱਚ ਕੋਈ ਗੁਰਪੁਰਬ ਬਣਾਉਂਦੇ ਆ, ਆਮ ਤੌਰ ਤੇ ਬੜੇ ਪਿਆਰ ਨਾਲ ਤੁਸੀਂ ਸਾਰੇ ਸਜੇ ਹੋਏ ਹੋ। ਅੰਮ੍ਰਿਤ ਵੇਲੇ ਦਿੱਲੀ ਦੇ ਵਿੱਚ ਕੋਈ ਵਿਰਲਾ ਹੀ ਗੁਰੂ ਘਰ ਹੈ ਜਿੱਥੇ ਸੰਗਤਾਂ ਦਾ ਇਕੱਠ ਹੁੰਦਾ ਹੈ। ਨਹੀਂ ਤੇ ਦਾਸ ਨੇ ਕਈ ਵਾਰ ਵੇਖਿਆ ਸ਼ਾਮਾਂ ਨੂੰ ਹੀ ਸੰਗਤਾਂ ਇਕੱਠੀਆਂ ਹੁੰਦੀਆਂ ਨੇ। ਉਹ ਕਹਿੰਦੇ ਪਹਿਲਾਂ ਅਸੀਂ ਆਪਣੇ ਕੰਮ ਧੰਦੇ ਕਰ ਆਈਏ, ਕੰਮ ਧੰਦੇ ਪੂਰੇ ਕਰਕੇ ਉਹਨਾਂ ਸ਼ਾਮਾਂ ਨੂੰ ਇਕੱਠੇ ਹੋਣਾ, ਨਾਲ ਰਾਤ ਦਾ ਲੰਗਰ ਛਕ ਕੇ ਸੌ ਜਾਣਾ ਹੈ। ਸਾਧ ਸੰਗਤ, ਇਹ ਜੋ ਦਿਹਾੜਾ ਅੱਜ ਆਪਾਂ ਬਣਾ ਰਹੇ ਹਾਂ ਨਾ, ਖਾਲਸੇ ਦੀ ਸਾਜਣਾ ਨਾ ਹੁੰਦੀ ਤੇ ਸਚਾਈ ਹੈ ਅੱਜ ਦੁਨੀਆ ਦੇ ਕੋਨੇ-ਕੋਨੇ ਤੇ ਖਾਲਸੇ ਦਾ ਨਾਮ ਨਾ ਹੁੰਦਾ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੇ ਖਾਲਸਾ ਨਾ ਸਾਜਿਆ ਹੁੰਦਾ, ਖਾਲਸ ਤੋਂ ਭਾਵ ਸੁੱਧ ਪਿਓਰ, ਜਿਹੜਾ ਕਿਸੇ ਜਾਤ ਪਾਤ ਊਚ ਨੀਚ ਵਹਿਮਾਂ ਪਰਮਾ ਪਖੰਡਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ, ਜਿਹੜਾ ਇੱਕ ਅਕਾਲ ਪੁਰਖ ਦੀ ਅਰਾਧਨਾ, ਉਸ ਦੀ ਇਬਾਦਤ ਕਰਦਾ ਹੈ, ਉਹਨੂੰ ਸਾਧ ਸੰਗਤ ਖਾਲਸਾ ਕਿਹਾ ਜਾਂਦਾ ਹੈ। ਅੱਜ ਆਪਾਂ ਬੱਚਿਆਂ ਨੂੰ ਜੇ ਪੁੱਛੀਏ ਕਿ ਭਾਈ ਖਾਲਸੇ ਦੀ ਡੈਫੀਨੇਸ਼ਨ ਕੀ ਹੈ, ਸ਼ਾਇਦ ਕੋਈ ਵਿਰਲਾ ਹੀ ਗੁਰੂ ਘਰ ਦਾ ਵਜ਼ੀਰ ਜਾਂ ਕੋਈ ਵਿਰਲਾ ਗੁਰੂ ਕਾ ਪਿਆਰਾ ਹੋਵੇਗਾ ਜਿਹਨੇ ਆਪਣੇ ਬੱਚਿਆਂ ਨੂੰ ਦੱਸਿਆ ਹੋਵੇਗਾ ਭਾਈ ਸਿੱਖ ਦੀ ਡੈਫੀਨੇਸ਼ਨ ਤੇ ਖਾਲਸੇ ਦੀ ਡੈਫੀਨੇਸ਼ਨ ਕੀ ਹੈ। ਲੋਕ ਪੁੱਛਦੇ ਨੇ, ਆ ਹੁਣ ਵੇਖੋ ਕਿੰਨਾ ਰੌਲਾ ਪਿਆ ਹੈ ਸੰਸਾਰ ਦੇ ਵਿੱਚ। ਜੇ ਕੋਈ ਖਾਲਿਸਤਾਨ ਦਾ ਨਾਰਾ ਵੀ ਮਾਰ ਦੇਵੇ, ਉਹਦੇ ਤੇ ਪਰਚਾ ਦਰਜ ਹੋਣ ਨੂੰ ਕੋਈ ਸਮਾਂ ਨਹੀਂ ਲੱਗਦਾ। ਅਜੇ ਤੱਕ ਸਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਭਾਈ ਖਾਲਸੇ ਦਾ ਮਤਲਬ ਕੀ ਹੈ। ਖਾਲਸੇ ਦਾ ਮਤਲਬ ਇਹ ਨਹੀਂ ਕਿ ਭਾਈ ਇਹਨੂੰ ਕੋਈ ਮੁਲਕ ਚਾਹੀਦਾ ਹੈ ਜਾਂ ਕਿਸੇ ਮੁਲਕ ਤੇ ਕਿਸੇ ਥਾਂ ਤੇ ਇਹਨੇ ਕਬਜ਼ਾ ਕਰਨਾ ਹੈ। ਭਾਈ ਖਾਲਸੇ ਦਾ ਮਤਲਬ ਹੈ ਜਿਹੜਾ ਸਰਬੱਤ ਨੂੰ ਇੱਕ ਨਜ਼ਰ ਨਾਲ ਵੇਖੇ, ਜਿਹੜੇ ਸਾਰਿਆਂ ਦੀ ਰਾਖੀ ਵਾਸਤੇ ਤਤਪਰ ਰਹੇ, ਜਿਹਦੇ ਅੰਦਰ ਦਇਆ ਭਾਵਨਾ ਹੋਵੇ, ਜੋ ਧਰਮੀ ਹੋਵੇ, ਤੇ ਜਿਹੜੇ ਸੰਸਾਰ ਦੀ ਮੋਹ ਮਾਇਆ ਤੋਂ ਪਰਾਂ ਹੋਵੇ। ਇਹ ਹੈ ਖਾਲਸੇ ਦਾ ਮਤਲਬ। ਪਰ ਲੋਕ ਅਜ਼ਾਹੀ ਖਾਲਸੇ ਨੂੰ ਬਦਨਾਮ ਕਰੀ ਫਿਰਦੇ ਨੇ। ਧੰਨ ਨੇ ਉਹ ਗੁਰਸਿੱਖ ਜਿਨ੍ਹਾਂ ਨੇ ਖਾਲਸੇ ਦੇ ਨਾਮ ਤੇ ਖਾਲਸਾ ਐਡ ਵਰਗੀਆਂ ਸੰਸਥਾ ਚਲਾਈਆਂ ਹੋਈਆਂ ਨੇ। ਭਾਈ ਰਵੀ ਸਿੰਘ ਵਰਗੇ ਐਸੇ ਮਹਾਨ ਗੁਰਸਿੱਖ ਜਿਨ੍ਹਾਂ ਨੇ ਖਾਲਸੇ ਦੇ ਨਾਮ ਦੇ ਉੱਤੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਸੇਵਾਵਾਂ ਚਲਾਈਆਂ ਨੇ। ਅੱਜ ਸਰਕਾਰਾਂ ਜੇ ਕਹਿ ਵੀ ਦੇਣ ਕਿ ਭਾਈ ਤੁਸੀਂ ਕੀ ਕਰਦੇ ਹੋ, ਸੰਸਾਰ ਦੇ ਵਿੱਚ ਕਿਤੇ ਹੜ੍ਹ ਆ ਜੇ, ਕਿਤੇ ਤਕਲੀਫ ਆ ਜੇ, ਭੁੱਖਮਰੀ ਪੈ ਜੇ, ਕਿਤੇ ਇੱਕ ਧਰਮ ਦੂਜੇ ਦੇ ਵਰਖਲਾਫ ਹੋ ਜੇ,
ਤੁਸੀਂ ਗੁਰੂ ਕਾ ਲੰਗਰ, ਗੁਰੂ ਕੀਆਂ ਸੇਵਾਵਾਂ ਲੈ ਕੇ ਪਹੁੰਚ ਜਾਂਦੇ ਹੋ, ਆਓ ਤੁਹਾਨੂੰ ਮਾਨ ਪੱਧਰ ਦਈਏ, ਤੁਹਾਡਾ ਸਤਿਕਾਰ ਕਰੀਏ। ਰਵੀ ਸਿੰਘ ਵਰਗੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਸੰਸਾਰ ਦਾ ਮੋਹ ਨਹੀਂ, ਐਸੇ ਗੁਰਸਿੱਖ ਪਿਆਰਿਆਂ ਲਈ ਸਤਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ, ਜਿਨ੍ਹਾਂ ਨੇ ਸਰਕਾਰਾਂ ਦੇ ਮਾਨ ਸਤਿਕਾਰ ਨੂੰ ਠੋਕਰ ਮਾਰ ਦਿੱਤੀ। ਉਹ ਕਹਿੰਦੇ ਜੇ ਸਾਨੂੰ ਸਤਿਕਾਰ ਦੇਣਾ, ਪਹਿਲਾਂ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਇਹ ਗੱਲ ਰੱਖੋ ਕਿ ਖਾਲਸਾ ਸਿੱਖ ਧਰਮ ਹਿੰਦੂ ਦੇ ਵਿੱਚ ਨਹੀਂ ਆਉਂਦਾ। ਸਿੱਖ ਧਰਮ ਖਾਲਸਾ ਅੱਡ ਹੈ, ਇਹਦੀ ਪਹਿਚਾਣ ਅੱਡ ਹੈ, ਇਹਦਾ ਕਰਤੱਵ ਅੱਡ ਹੈ। ਇਹ ਕੇਵਲ ਤੇ ਕੇਵਲ ਇੱਕ ਵਿਲੱਖਣਾ ਨਿਰੋਲ ਧਰਮ ਹੈ, ਜਿਹਨੂੰ ਕਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਆਖਿਆ ਗਿਆ ਸੀ, ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਨੂੰ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਖਾਲਸਾ ਸਾਜ ਕੇ ਇੱਕ ਦਾਇਰੇ ਦੇ ਵਿੱਚ ਰੱਖਿਆ ਕਿ ਮੇਰਾ ਖਾਲਸਾ ਸੁੱਧ ਰਹੇਗਾ। ਇਹ ਊਚ ਨੀਚ, ਜਾਤ ਪਾਤ, ਵਹਿਮਾਂ ਭਰਮਾਂ, ਕਰਮਾਂ ਪਖੰਡਾਂ ਤੋਂ ਅੱਡ ਹੋਏਗਾ, ਉੱਚੀ ਅਵਸਥਾ ਹੋਵੇਗੀ। ਰੋਜ਼ ਆਪਾਂ ਅਰਦਾਸ ਕਰਦੇ ਹਾਂ, ਸਾਧ ਸੰਗਤ ਅਰਦਾਸ ਦਾ ਅਖੀਰਲਾ ਪਹਿਰਾ ਜਦੋਂ ਅਸੀਂ ਪੜ੍ਹਦੇ ਹਾਂ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਨੇ ਮੇਰਾ ਖਾਲਸਾ ਜਿਹੜਾ, ਸਭ ਤੋਂ ਪਹਿਲਾਂ ਇਹਦੇ ਕੋਲ ਸਿੱਖੀ ਹੋਵੇ। ਜਿਸ ਖਾਲਸੇ ਕੋਲ ਸਿੱਖੀ ਹੋਵੇਗੀ ਉਹਦੀ ਪਹਿਚਾਣ ਮੰਨੀ ਜਾਵੇਗੀ। ਅੱਜ ਭਾਵੇਂ ਸਾਨੂੰ ਨਾਮਾਂ ਦੇ ਪਿੱਛੇ ਮੈਂ ਵੇਖਿਆ ਕਈ ਲਗਾ ਦਿੰਦੇ ਨੇ ਜੀ, ਕੇਸ ਕਤਲ ਕੀਤੇ ਹੋਏ ਨੇ, ਪਿੱਛੇ ਸਿੰਘ ਲਾਇਆ ਭਲਿਓ। ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੜ੍ਹਿਓ ਕਿ ਜਦੋਂ ਖਾਲਸਾ ਸਾਜਿਆ ਤੇ ਪਹਿਚਾਣ ਵੀ ਦਿੱਤੀ ਸੀ, ਭਰਾਵਾਂ ਨੂੰ ਸਿੰਘ ਦੀ ਤੇ ਭੈਣਾਂ ਨੂੰ ਕੌਰ ਦੀ, ਇਦਾਂ ਨਹੀਂ ਸੀ ਦੇ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੇਰਾ ਖਾਲਸਾ ਸਿੰਘ ਹੈ, ਤੇ ਸਿੰਘ ਕੀ ਹੈ? ਆਪਣੀ ਰਾਖੀ ਕਰਨਾ ਜਾਣਦਾ ਹੈ, ਦੂਜੇ ਦੀ ਰਾਖੀ ਵਾਸਤੇ ਤਤਪਰ ਰਹਿੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਦਾਤਾਂ ਦਿੱਤੀਆਂ ਨੇ। ਸ਼ਾਇਦ ਅਸੀਂ ਅੱਜ ਉਹਦੀ ਵਿਚਾਰ ਨਹੀਂ ਕੀਤੀ, ਜਾਂ ਅੱਜ ਉਹਨੂੰ ਗਹਿਰਾਈਆਂ ਨਾਲ ਨਹੀਂ ਵੇਖਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਕੌਤਕ, ਸਤਿਗੁਰ ਜੀ ਦੀ ਇੱਕ ਇੱਕ ਰਮਜ, ਸਾਧ ਸੰਗਤ ਜਦੋਂ ਉਹਦੀ ਗਹਿਰਾਈਆਂ ਦੇ ਵਿੱਚ ਜਾਵਾਂਗੇ ਨਾ, ਤੇ ਸਾਨੂੰ ਪਤਾ ਲੱਗੇਗਾ ਇਹ ਕਿੰਨਾ ਵਿਸ਼ਾਲ ਧਰਮ ਹੈ। ਸੰਸਾਰ ਦੇ ਨਕਸ਼ੇ ਵੇਖੋ, ਕਦੇ ਇਸ ਦੇਸ਼ ਦੇ ਉੱਤੇ ਅਸ਼ੋਕਾ ਸਮਰਾਟ ਦਾ ਰਾਜ ਹੁੰਦਾ ਸੀ। ਸਾਧ ਸੰਗਤ ਬੋਧੀਆਂ ਨੇ ਇਹਨਾਂ ਨੂੰ ਅਧਰਮੀ ਆਖਿਆ ਕਿ ਸ਼ਸਤਰ ਚਲਾਉਣਾ ਤੇ ਸ਼ਸਤਰ ਨਾਲ ਲੜਨਾ, ਇੱਕ ਦੂਜੇ ਨੂੰ ਮਾਰਨਾ ਪਾਪ ਹੈ। ਇਹਨਾਂ ਨੇ ਇਹ ਗੱਲ ਆਖ ਕੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਸ਼ਸਤਰ ਛੜਾ ਦਿੱਤੇ। ਉਹ ਸਮਾਂ ਆ ਗਿਆ ਜਦੋਂ ਸ਼ਸਤਰ ਵੀ ਚਲਾਣਾ ਭੁੱਲ ਗਏ। ਕਈ ਸੌ ਸਾਲ ਦੀ ਗੁਲਾਮੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਗੁਲਾਮੀ ਦੀਆਂ ਜੰਜੀਰਾਂ ਤੋੜੀਆਂ। ਸਾਧ ਸੰਗਤ ਉਹ ਲੋਕ ਜਿਨ੍ਹਾਂ ਦੇ ਹੱਥ ਦੇ ਵਿੱਚੋਂ ਨੰਗੀ ਕਰਦ ਵੀ ਜੇ ਕੋਈ ਫੜਾ ਦੇਵੇ ਤੇ ਉਹ ਡਰ ਜਾਂਦੇ ਸਨ। ਪਹਾੜੀ ਰਾਜਿਆਂ ਨੇ ਸਵਾਲ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਕਹਿੰਦੇ ਤੁਸੀਂ ਇਹਨਾਂ ਨੂੰ ਖਾਲਸਾ ਬਣਾਉਣ ਲੱਗੇ ਹੋ, ਇਹਨਾਂ ਦਾ ਕੰਮ ਤੇ ਤਕੜੀ ਨਾਲ ਵੱਟਾ ਤੋਲਣਾ ਹੈ। ਕਹਿੰਦੇ ਕੰਮ ਜਿਨ੍ਹਾਂ ਦਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੇ ਉੜੇ ਸੋ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਇਹ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਲੜਨਗੇ? ਸਤਿਗੁਰੂ ਜੀ ਕਹਿੰਦੇ गिदड़ों को मैं शेर बनाऊं, 1.25 लाख से एक लड़ाऊं, तबे गोबिंद सिंह नाम कहाऊं। महाराज जी कहते मैं इन्हां विचों ਉਹ ਅੰਮ੍ਰਿਤ ਦਾ ਰਸ ਭਰ ਦਿਆਂਗਾ। ਇਹ ਕੇਵਲ ਅਕਾਲ ਪੁਰਖ ਦੀ ਮੌਜ ਦੇ ਵਿੱਚ ਰਹਿਣਗੇ। ਇਹ ਮੁਗਲਾਂ ਦੀ ਗੱਲ ਕਰਦੇ ਹੋ, ਇੱਕ ਸਮਾਂ ਆਵੇਗਾ ਜਦੋਂ ਇੱਕ ਇੱਕ ਖਾਲਸਾ 1.25 ਲੱਖ ਤੇ ਭਾਰੀ ਪਵੇਗਾ। ਇੱਕ ਇੱਕ ਖਾਲਸਾ 1.25 ਲੱਖ ਦੇ ਨਾਲ ਲੜੇਗਾ। ਤੇ ਸਤਿਗੁਰੂ ਜੀ ਦੇ ਬਚਨ ਸਿੱਧ ਵੀ ਹੋਏ ਨੇ। ਜਦੋਂ 40 ਸਿੰਘਾਂ ਨੂੰ ਘੇਰਾ ਪਿਆ, 10,000 ਦਾ ਟਾਕਰਾ ਕੀਤਾ ਤੇ 40 ਦੇ ਨਾਲ ਜਿੱਤ ਕੇ ਸਤਿਗੁਰੂ ਜੀ ਨੇ ਆਪਣੇ ਬਚਨ ਭੁਗਤਾਏ ਨੇ। ਸਾਧ ਸੰਗਤ ਖਾਲਸਾ ਸਾਜਣਾ ਕੋਈ ਆਮ ਗੱਲ ਨਹੀਂ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਸ਼ਮਸ਼ੀਰ ਫੜ ਕੇ, ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਸੰਸਾਰ ਦੀਆਂ ਕੌਮਾਂ
ਆਪਣੇ ਹੱਥ ਦੇ ਵਿੱਚੋਂ ਸ਼ਸਤਰ ਤਿਆਗ ਦੇਣ ਤੇ ਸਾਧ ਸੰਗਤ ਇਹ ਸਮਾਂ ਆ ਜਾਂਦਾ। ਅੱਜ ਤੁਸੀਂ ਨਕਸ਼ੇ ਵਿੱਚ ਵੇਖੋ, ਉਹ ਸਮਰਾਟ ਅਸ਼ੋਕਾ ਸਮਰਾਟ ਵਰਗਿਆਂ ਦਾ ਨਾਮੋ ਨਿਸ਼ਾਨ ਨਹੀਂ। ਦੂਜੀ ਗੱਲ, ਜਿਨ੍ਹਾਂ ਧਰਮਾਂ ਦੇ ਵਿੱਚ ਸ਼ਹਾਦਤ ਜਾਮ ਪੀਣ ਵਾਲੇ ਕੋਈ ਨਹੀਂ, ਉਹਨਾਂ ਕੌਮਾਂ ਦਾ ਵੀ ਸੰਸਾਰ ਦੇ ਉੱਤੇ ਨਾਮ ਨਹੀਂ ਰਹਿੰਦਾ। बड़ा सुंदर बयान किया किसी शहर ने, कहते शहीद की जो मौत है वो कौम की हयात है। जेकर कोई शहादत नूं ना शहीदी लवे तो साध संगत कौम भी गुलाम बन जाती है। अज सिख धर्म की गिणती शहादत विच सब तो उच्ची है, भावें वो देश की आज़ादी दे विच होवे, भावें धर्म की आज़ादी दे विच होवे। जेकर गिणती करिए तो गिणती तो परै 99% सिखां दी कुर्बानियां सन तां जाके ये देश किते आज़ाद होए। अज भावें उन्हां ते टैग लग गए कि जी साडे फलाणे धर्मां तो ये आज़ाद होए ने। धन गुरु गोबिंद सिंह महाराज सच्चे पातशाह जी ने थां थां ते सदे दिते। आनंदपुर साहिब की धरती ते अज मेरे पातशाह एक सजे हाथ दे विच शमशीर फड़दे हन ते मंग की कर रहे हैं। सतगुरु जी कहते है कोई सिख का बेटा जो सीस करेगा भेटा। है कोई ऐसा सिख तुहाडे विच? अज मैनू एक सीस की लोड़ है, कोई सीस देण वास्ते भेटा। रमाले दसाले पदार्थ तुसी बड़ी बार मेरे चरणों विच भेटा कीते ने, अज मैनू भेटा करो एक सीस दी। साध संगत कोई ना बोड़िया, कठ ते बड़ा होया। असी तो कई बार कह देंगे कि जूझण का समा आवेगा असी अगे हो जावांगे। साध संगत जदों आण बनती है ना, जदों महाराज ने सीस मंगिया ना तो कोई ना आया। गुरु का एक सिख उठिया जिहदा नाम सी दया राम। सतगुरु जी के चरणों दे विच सतगुरु जी सीस चाहिदा। हाँ जी, महाराज नूं कहंदे सतगुरु जी हाज़र है। सत वचन सतगुरु जी ने पूछा कित्थों आए हो? कहने लगे सतगुरु जी लाहौर तो आए हैं। महाराज कहते वाह कमाल हो गई, लाहौर की धरती तो अज दया आई है। अज दया राम लाहौर की धरती तो, ओ लाहौर शहर जिथे हर वेले कहर ही उपजदा है, जिथे हर वेले कहर ही कठ होंदा है। बाणी विच सतगुरु जी ने बयान किया लाहौर शहर जवा पहर जहर कहर सवा पहर। ना दिन ना रात हर एक वेले जिस लाहौर दी गलियां दे विच खून खराबा हुंदा सी, अज उस लाहौर दी धरती तो दया पैदा हुई है। जदों सतगुरु जी ने आख्या कि भाई एक सीस चाहिदा, कहंदा हाजिर है। सतगुरु जी बाहों फड़ के तंबू दे विच लै गए। साध संगत इतिहास कहंदा सतगुरु जी ने उत्थे सीस लिया है। बाहर झटकण की आवाज़ आई है। महाराज दशमेश पिता अपनी नंगी शमशीर लैके बाहर आए ने ते साध संगत तो पहला सीस ते कबूल हो गया। पर एक गल सच्ची है, दूजे दी जदों वारी आई ना ये बड़ा औखा काम सी। तुसी कहोगे कि भाई पहले नूं औखा नहीं होया, दूजे नूं क्यों? साध संगत जदों सतगुरु जी ने सीस मंगिया ना तो कई बार साडे वर्गे भी खड़े हो जाणगे, कहणगे सतगुरु जी सीस मंगदे ने। बाणी ते कहंदी है सतगुरु अगे सीस भेट दिओ जे सतगुरु सच्चे भावे। बड़ी वधिया गल है, मेरे पातशाह मेरे तो सीस की मंग करते ने। खोरे अज मेरा पार उतारा करना होवे, पर मेरे पातशाह चौजी प्रीतम ने अज निराला पंथ साजना सी। जदों सतगुरु जी की शमशीर दे उत्ते लहू लगा वेखिया ना ते साध संगत जेड़ा 40,000 कोई 70,000 कोई 75,000 का कठ दसदा इतिहास विच, उहदे विचों कई ते अपने जोड़े चपलां छड्ड के ते पिछों ही भज गए। जदों वेखिया कि अज गुरु कहर ढा रहा है, अज किहड़ा रूप है? ये ओही गुरु गोबिंद सिंह है जिहड़ा गुरु नानक दी गद्दी ते बैठ के निमरता निया प्रेम भावना अकाल पुरख दे हुक्म दी गल करदा है। अज शमशीर हत्थ दे विच फड़ के ते अज सिखां दे गल पिया वढदा है। साध संगत दूजा सीस देना बड़ा औखा सी। ते जदों सतगुरु सच्चे पातशाह जी ने दूजे सीस की मंग मंगी तो फिर एक गुरु का सिंह उठिया है।
ਗੁਰੂ ਕਾ ਇੱਕ ਸਿੱਖ ਉਠਿਆ ਤੇ ਜਿਹਦਾ ਨਾਮ ਹੈ ਧਰਮਚੰਦ। ਸਾਧ ਸੰਗਤ ਸਤਿਗੁਰੂ ਜੀ ਨੇ ਪੁੱਛਿਆ ਕਿ ਧਰਮਚੰਦ ਕਿੱਥੋਂ ਆਏ ਹੋ? ਕਹਿਣ ਲੱਗੇ ਸਤਿਗੁਰੂ ਜੀ ਦਿੱਲੀ ਤੋਂ ਆਇਆ। ਕਹਿੰਦੇ ਕਮਾਲ ਹੋ ਗਈ, ਦਿੱਲੀ ਦੀ ਧਰਤੀ ਤੇ ਵੱਡੇ ਤੋਂ ਵੱਡੇ ਹੁਕਮਰਾਨ ਬੈਠੇ ਨੇ, ਅੱਜ ਦੇ ਸਮਾਂ ਇਹ ਹੋ ਗਿਆ, ਅੱਜ ਤੱਕ ਦਿੱਲੀ ਦੇ ਧਰਤੀ ਦੇ ਉੱਤੇ ਕਦੇ ਨਿਆਂ ਨਹੀਂ ਹੋਇਆ, ਕਦੇ ਧਰਮ ਨਹੀਂ ਪਣਪਿਆ। ਤੇ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਪਹਿਲਾਂ ਹੀ ਪਾਵਨ ਪਿੱਤਰ ਬਚਨ ਬਖਸ਼ਿਸ਼ ਕੀਤੇ ਨੇ। ਰੋਜ਼ ਆਪ ਜੀ ਪੜ੍ਹਦੇ ਹੋ, ਸੰਤੋਖ ਥਾਪ ਰੱਖਿਆ ਜਨ ਸੂਤ, ਧੌਲ ਧਰਮ ਦਇਆ ਕਾ ਭੂਤ। ਤੇ ਸਾਧ ਸੰਗਤ ਜਿਹਦੇ ਅੰਦਰ ਦਇਆ ਹੋਵੇਗੀ ਨਾ, ਉਹੀ ਧਰਮੀ ਬਣ ਸਕਦਾ ਹੈ। ਜਿਹਦੇ ਅੰਦਰ ਦਇਆ ਨਹੀਂ, ਪ੍ਰੇਮ ਨਹੀਂ, ਉਹ ਧਰਮੀ ਕਦੇ ਨਹੀਂ ਬਣ ਸਕਦਾ। ਜਿਹੜਾ ਆਖੇ ਕਿ ਮੈਂ ਇੱਕ ਦਿਨ ਦੇ ਵਿੱਚ 100 ਜੀਵਾਂ ਦਾ ਕਤਲ ਕਰਾਂ, ਸ਼ਾਮਾਂ ਨੂੰ ਤਿਲਕ ਲਾ ਕੇ ਮੈਂ ਆਪਣੇ ਠਾਕੁਰ ਦੀ ਪੂਜਾ ਕਰਕੇ ਪ੍ਰਵਾਨ ਹੋ ਜਾਵਾਂਗਾ, ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਪ੍ਰਵਾਨਗੀ ਕਬੂਲ ਨਹੀਂ। ਜਿਹਦੇ ਅੰਦਰ ਦਇਆ ਹੀ ਨਹੀਂ, ਉਹ ਧਰਮੀ ਨਹੀਂ ਬਣ ਸਕਦਾ। ਤੇ ਸਾਧ ਸੰਗਤ ਦਿੱਲੀ ਤੋਂ ਭਾਈ ਧਰਮਚੰਦ ਨੇ ਸਤਿਗੁਰੂ ਜੀ ਦੇ ਅੱਗੇ ਸੀਸ ਭੇਟ ਕੀਤਾ। ਮਹਾਰਾਜ ਕਹਿੰਦੇ ਇਹ ਦਿੱਲੀ ਦੀ ਧਰਤੀ ਜਿੱਥੇ ਕਦੇ ਕਿਸੇ ਹੁਕਮਰਾਨ ਨੇ ਧਰਮ ਨੂੰ ਪਣਪਣ ਨਹੀਂ ਦਿੱਤਾ, ਜਹਾਂਗੀਰ ਵਰਗੇ ਬੈਠੇ ਜਿਨ੍ਹਾਂ ਨੇ ਸਾਰੀ ਦਿੱਲੀ ਤੇ ਕਬਜ਼ਾ ਕੀਤਾ ਸੀ, ਇਹਨਾਂ ਨੇ ਧਰਮ ਦੀ ਕੋਈ ਗੱਲ ਨਹੀਂ ਕੀਤੀ। ਇਹ ਮੇਰੇ ਪਾਤਸ਼ਾਹ, ਸ਼ਾਇਦ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਦਿੱਲੀ ਦੇ ਧਰਤੀ ਤੇ ਪਏ। ਤੇ ਮੇਰੇ ਪਾਤਸ਼ਾਹ, ਜਦੋਂ ਤੁਸੀਂ ਦਿੱਲੀ ਦੇ ਧਰਤੀ ਤੇ ਆਏ ਹੋ ਤੇ ਤੁਸੀਂ ਧਰਮ ਪੈਦਾ ਕਰਕੇ ਗਏ ਹੋ, ਅੱਜ ਤੁਹਾਡਾ ਪੈਦਾ ਕੀਤਾ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਗਿਆ। ਤੇ ਸਾਧ ਸੰਗਤ ਧਰਮ ਸਿੰਘ ਧਰਮਚੰਦ ਨੇ ਆਪਣਾ ਸ਼ੀਸ਼ ਭੇਟ ਕੀਤਾ ਹੈ। ਸਤਿਗੁਰੂ ਜੀ ਲੈ ਕੇ ਗਏ ਨੇ, ਸ਼ੀਸ਼ ਲਿੱਤਾ ਹੈ, ਵਾਪਸ ਆਏ ਨੇ। ਸਤਿਗੁਰੂ ਜੀ ਕਹਿੰਦੇ ਇੱਕ ਸ਼ੀਸ਼ ਦੀ ਹੋਰ ਲੋੜ ਹੈ। ਸਾਧ ਸੰਗਤ ਵੇਖੋ ਨਜ਼ਾਰਾ ਕੈਸਾ ਹੈ। ਅੱਜ ਮੇਰੇ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੱਖਾਂ ਲਾਲ ਨੇ ਅੰਗਾਰੇ ਵਾਂਗੂ, ਸ਼ਮਸ਼ੀਰ ਦੇ ਉੱਤੇ ਲਹੂ ਲੱਗਿਆ ਹੈ। ਤੇ ਅੱਜ ਜਿਹੜਾ ਨਿਆਂ ਦਾ ਕਰਤਾ ਹੈ, ਦੋ ਜਹਾਨ ਦਾ ਵਾਲੀ, ਜਿਹਦੇ ਅੱਗੇ ਸਾਰੀ ਦੁਨੀਆ ਸੀਸ ਨਵਾਉਂਦੀ ਹੈ, ਅੱਜ ਉਹ ਸੀਸ ਪਿਆ ਮੰਗਦਾ ਹੈ। ਇੱਕ ਇੱਕ ਕਰਕੇ ਸੀਸ ਭੇਟਾ ਕਰ ਰਿਹਾ ਹੈ, ਝਟਕਾ ਰਿਹਾ ਹੈ, ਸੀਸ ਦੀ ਬਲੀ ਲੈ ਰਿਹਾ ਹੈ। ਤੇ ਸਾਧ ਸੰਗਤ ਕੋਈ ਤਿਆਰ ਕਿਵੇਂ ਹੋਵੇ? ਪਰ ਸ਼ਾਇਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਹੀ ਕਿਰਪਾ ਦਾ ਸਦਕਾ ਇਹ ਧਰਮ ਦੀਆਂ 5 ਮੂਰਤਾਂ ਤਿਆਰ ਹੋਈਆਂ। ਜਿੱਥੇ ਜਿੱਥੇ ਤੁਸੀਂ ਕਿਰਪਾ ਕੀਤੀ, ਗੁਰੂਆਂ ਦੇ ਚਰਨ ਪਏ। ਅੱਜ ਤੀਜੇ ਸੀਸ ਦੀ ਲੋੜ ਸੀ। ਸਾਧ ਸੰਗਤ ਜਦੋਂ ਸਤਿਗੁਰੂ ਜੀ ਨੇ ਆਖਿਆ ਤੇ ਹਿੰਮਤ ਰਾਏ ਜੀ ਅੱਗੇ ਆਏ ਨੇ। ਸਾਧ ਸੰਗਤ ਸਤਿਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ? ਕਹਿਣ ਲੱਗੇ ਕਿ ਮੈਂ ਆਇਆ ਹਾਂ ਸਤਿਗੁਰੂ ਜੀ, ਆਪ ਜੀ ਦੀ ਬਖਸ਼ਿਸ਼ਾਂ ਦੇ ਕਿਰਪਾ ਸਦਕਾ ਉਸ ਧਰਤੀ ਤੋਂ ਆਇਆ ਜਿਸ ਧਰਤੀ ਦੇ ਉੱਤੇ ਕਦੇ ਹਿੰਮਤ ਪ੍ਰਗਟ ਨਹੀਂ ਹੋਈ। ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹੁਕਮ ਮੰਨ ਕੇ ਸੀਸ ਭੇਟਾ ਕਰਨਾ। ਭਾਈ ਹਿੰਮਤ ਚੰਦ ਜੀ ਦਾ ਸੀਸ ਸਤਿਗੁਰੂ ਜੀ ਨੇ ਲਿੱਤਾ। ਤੇ ਸਤਿਗੁਰੂ ਜੀ ਨੇ ਫਿਰ ਮੰਗ ਕੀਤੀ, ਮੈਨੂੰ ਇੱਕ ਸੀਸ ਦੀ ਹੋਰ ਲੋੜ ਹੈ। ਤੇ ਸਾਧ ਸੰਗਤ ਜਦੋਂ ਇੱਕ ਸੀਸ ਹੋਰ ਮੰਗਿਆ ਤੇ ਸਾਧ ਸੰਗਤ ਫਿਰ ਮੋਹਕਮ ਚੰਦ ਜੀ ਅੱਗੇ ਆਏ ਨੇ। ਪਾਤਸ਼ਾਹ ਜੀ ਨੇ ਪੁੱਛਿਆ ਕਿ ਮੋਹਕਮ ਚੰਦ ਜੀ ਕਿੱਥੋਂ ਆਏ ਹੋ? ਸਤਿਗੁਰੂ ਜੀ ਕਹਿਣ ਲੱਗੇ ਕਿ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਥੁਰਾ ਦੀ ਧਰਤੀ ਤੋਂ ਆਇਆ। ਮਹਾਰਾਜ ਕਹਿਣ ਲੱਗੇ ਕਿ ਉਹ ਧਰਤੀ ਜਿੱਥੇ ਰਣ ਛੋੜ ਮੰਦਰ ਹੈ, ਜਿੱਥੇ ਕਦੋਏ ਸਰਬੱਤ ਨੂੰ ਰੱਖਣ ਵਾਲਾ ਰਣ ਭੂਮੀ ਨੂੰ ਛੱਡ ਕੇ ਚਲਾ ਗਿਆ ਸੀ, ਅੱਜ ਉੱਥੋਂ ਆਏ ਹੋ? ਸਤਿਗੁਰੂ ਜੀ ਨੇ ਸੀਸ ਲਿੱਤਾ। ਤੇ ਮਹਾਰਾਜ ਨੇ ਜਦੋਂ 5ਵਾਂ ਸੀਸ ਮੰਗਿਆ, ਭਾਈ ਸਾਹਿਬ ਸਿੰਘ ਜੀ ਅੱਗੇ ਆਏ, ਭਾਈ ਸਾਹਿਬ ਚੰਦ ਜੀ ਅੱਗੇ ਆਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੀਸ ਲਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਤਿਆਰ ਪਰ ਤਿਆਰ ਕੀਤਾ ਹੈ। ਸਾਧ ਸੰਗਤ ਤਿਆਰੀ ਕੈਸੀ ਹੈ? ਇਹ ਵਿਲੱਖਣ ਸਤਿਗੁਰੂ ਜੀ ਨੇ ਪੋਸ਼ਾਕ ਦਿੱਤੀ ਹੈ, ਨੀਲੇ ਵਸਤਰ ਪਹਿਨਾਏ ਨੇ, ਕਮਰ ਕੱਸੇ ਕੀਤੇ ਨੇ, ਦਮਾਲੇ ਸਜਾ ਦਿੱਤੇ ਗਏ, ਉਤੋਂ ਸ੍ਰੀ ਸਾਹਿਬ ਪਹਿਨਾ ਦਿੱਤੀ ਗਈ, ਕੰਗਾ, ਕੇਸ਼, ਕੜਾ, ਕਛਹਿਰਾ, ਕਿਰਪਾਨ ਦਾ ਧਾਰਮੀ ਬਣਾ ਦਿੱਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਹਰ ਲੈ ਕੇ ਸੰਗਤਾਂ ਦੇ ਸਾਹਮਣੇ ਹਾਜ਼ਰ ਹੋਏ ਨੇ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਿੱਖੋ, ਅੱਜ ਇਸ ਧਰਤੀ ਦੇ ਉੱਤੇ ਉਸ ਵਿਲੱਖਣ ਧਰਮ ਦੀ ਸਾਜਣਾ ਹੋਵੇਗੀ ਜਿਹਨੂੰ ਰਹਿੰਦੀ ਦੁਨੀਆ ਤੱਕ ਜੇ ਕੋਈ ਆਖੇ ਮੈਂ ਮਿਟਾ ਦਾਂਗਾ ਤੇ ਮਿਟਾ ਨਹੀਂ ਸਕੇਗਾ। ਦੁਨੀਆ ਮਿਟ ਜਾਵੇਗੀ ਪਰ ਸਿੱਖ ਧਰਮ ਨਹੀਂ ਮਿਟੇਗਾ। ਕਿਉਂ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਾਮ ਨਹੀਂ ਲਾਇਆ। ਬੰਦਾ ਕੰਮ ਕਰਦਾ ਹੈ, ਆਪਣੇ ਨਾਮ ਦਾ ਟੈਗ ਲਾਉਂਦਾ ਹੈ, ਮੇਰਾ ਨਾਮ ਚੱਲੇ, ਇਹ ਮੈਂ ਤਿਆਰ ਕੀਤਾ ਹੈ। ਇੱਕ ਮਿਸਤਰੀ ਇਮਾਰਤ ਤਿਆਰ ਕਰਦਾ ਹੈ, ਕਈ ਸਾਲ ਤੱਕ ਕਿਸੇ ਘਰ ਵਾਲੇ ਨੂੰ ਪੁੱਛ ਲਓ, ਉਹਨੇ ਕਹਿਣਾ ਭਾਈ ਫਲਾਣਾ ਮਿਸਤਰੀ ਬੜਾ ਨਾਮ ਹੈ, ਇਹਦੀ ਕੀਤੀ ਇਮਾਰਤ ਤਿਆਰ ਹੈ। ਸਾਧ ਸੰਗਤ, ਆਗਰੇ ਦੀ ਧਰਤੀ ਤੇ ਜਾਓ, ਤਾਜ ਮਹਿਲ ਜਿਹਨੇ ਸਿਰਜਿਆ ਅੱਜ ਵੀ ਉਹਦਾ ਨਾਮ ਹੈ। ਲਾਲ ਕਿਲਾ ਜਿਹਨੇ ਬਣਾਇਆ ਅੱਜ ਉਹਦਾ ਨਾਮ ਹੈ। ਪਰ ਮੇਰੇ ਚੌਜੀ ਪ੍ਰੀਤਮ ਦੋ ਜਹਾਨ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਪੁੱਛਿਆ ਸਤਿਗੁਰੂ ਜੀ ਕਿਹਦੀ ਫੌਜ ਹੈ, ਕਿਹਨੂੰ ਸਾਜਿਆ ਹੈ, ਤੇ ਪਾਤਸ਼ਾਹ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਤੇ ਅਕਾਲ ਪੁਰਖ ਦੀ ਫੌਜ ਹੈ, ਮੈਂ ਨਹੀਂ ਤਿਆਰ ਕੀਤਾ। ਜੋ ਉਸ ਪ੍ਰਮਾਤਮਾ ਨੇ ਮੈਨੂੰ ਮੌਜ ਕਰਕੇ ਕਾਰਜ ਕਰਾਇਆ ਹੈ ਉਹੀ ਸਿਰਜਿਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੇਰੇ ਪਾਤਸ਼ਾਹ ਜੀ ਨੇ ਖਾਲਸਾ ਤਿਆਰ ਕੀਤਾ ਹੈ। ਪੰਜ ਸਿੰਘ ਜਿਹੜੇ ਕਈ ਦਇਆ ਚੰਦ ਸੀ, ਹਿੰਮਤ ਰਾਏ ਸੀ, ਕੋਈ ਦਇਆ, ਕੋਈ ਮੁਹਕਮ ਚੰਦ ਸੀ, ਕੋਈ ਸਾਹਿਬ ਚੰਦ ਸੀ। ਮੇਰੇ ਪਾਤਸ਼ਾਹ ਜੀ ਨੇ ਸਰਬੱਤ ਦੇ ਅੱਗੇ ਸਿੰਘ ਲਾ ਕੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੁਹਕਮ ਸਿੰਘ ਤੇ ਸਾਹਿਬ ਸਿੰਘ ਨਾਮ ਲਾ ਕੇ ਤਿਆਰ ਕਰਕੇ ਸੰਗਤਾਂ ਦੇ ਸਾਹਮਣੇ ਰੱਖੇ। ਤੇ ਸਾਧ ਸੰਗਤ, ਸਤਿਗੁਰੂ ਜੀ ਨੇ ਵੱਡੀ ਪਾਹੁਲ ਅੰਮ੍ਰਿਤ ਬਾਟੇ ਦੀ ਤਿਆਰ ਕੀਤੀ ਹੈ। ਮਾਤਾ ਸਾਹਿਬ ਕੌਰ ਜੀ ਨੇ ਉਹਦੇ ਵਿੱਚ ਪਤਾਸੇ ਪਾਏ ਨੇ। ਪੰਜਾਂ ਬਾਣੀਆਂ ਦੇ ਤਤ, ਪੰਜਾਂ ਬਾਣੀਆਂ ਦੇ ਜਾਪ ਕੀਤੇ ਗਏ ਨੇ। ਖੰਡੇ ਬਾਟੇ ਦੀ ਪਾਹੁਲ ਪਹਿਲਾਂ ਮੇਰੇ ਪ੍ਰੀਤਮ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਇੱਕ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਈ ਹੈ। ਤੇ ਸਾਧ ਸੰਗਤ, ਐਸੀ ਕੋਈ ਮਿਸਾਲ ਹੋਵੇਗੀ ਸੰਸਾਰ ਦੇ ਵਿੱਚ? ਗੁਰੂ ਹੋਇਆ, ਮੁਰਸ਼ਦ ਹੋਇਆ, ਪੈਗੰਬਰ ਹੋਇਆ, ਵਲੀ ਹੋਇਆ, ਉਹ ਕਦੇ ਚੇਲਾ ਬਣ ਗਿਆ ਹੋਵੇ, ਕਦੇ ਭਗਤ ਬਣ ਗਿਆ ਹੋਵੇ? ਕੋਈ ਮਿਸਾਲ ਕਿਸੇ ਸੰਸਾਰ ਦੇ ਗ੍ਰੰਥਾਂ ਇਤਿਹਾਸ ਵਿੱਚ ਨਹੀਂ ਮਿਲੇਗੀ। ਅੱਜ ਮੇਰੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਗੁਰੂ ਬਣੇ ਸਨ, ਅੱਜ ਉੱਥੇ ਚੇਲੇ ਬਣ ਕੇ ਇਹਨਾਂ ਪੰਜਾਂ ਪਿਆਰਿਓਂ ਇਹ ਖੰਡੇ ਪਾਹੁਲ ਦੀ ਦਾਤ ਲੈ ਰਹੇ ਨੇ। ਕਹਿੰਦੇ ਕਿ ਜਿਹੜੀ ਖਾਲਸਾ ਨੂੰ ਦਾਤ ਇਹ ਪੰਜਦ ਪਿਆਰਿਆਂ ਨੂੰ ਦਿੱਤੀ ਹੈ ਨਾ ਅੰਮ੍ਰਿਤ ਦੀ, ਹੁਣ ਤੁਸੀਂ ਕਿਰਪਾ ਕਰੋ, ਸਿੰਘ ਬਣ ਗਏ ਹੋ, ਸਿੰਘ ਸਜਿਓ, ਹੁਣ ਮੈਨੂੰ ਗੋਬਿੰਦ ਰਾਏ ਨੂੰ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣਾ ਦਿਓ। ਕਹਿੰਦੇ ਹੁਣ ਮੈਨੂੰ ਗੁਰੂ ਗੋਬਿੰਦ ਸਿੰਘ ਬਣਾਓ ਤਾਂ ਕਿ ਮੈਂ ਵੀ, ਸਤਿਗੁਰੂ ਜੀ ਇਹ ਕਿਉਂ? ਕਹਿੰਦੇ ਕੋਈ ਸੰਸਾਰ ਦਾ ਮਨੁੱਖ ਇਹ ਨਾ ਕਵੇ ਕਿ ਗੁਰੂ ਗੋਬਿੰਦ ਨੇ ਪੰਜਾਂ ਪਿਆਰਿਆਂ ਨੂੰ ਦਾਤ ਦਿੱਤੀ, ਆਪੇ ਹੀ ਖਾਲਸਾ ਤਿਆਰ ਕੀਤਾ ਆਪਣੇ ਹੁਕਮ ਦੇ ਵਿੱਚ। ਕਹਿੰਦਾ ਮੈਂ ਖਾਲਸੇ ਦੇ ਹੁਕਮ ਦੇ ਵਿੱਚ ਰਹਿਣਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸਕਾ ਚੇਰਾ। ਕਹਿੰਦਾ ਉਹ ਮੇਰਾ ਠਾਕੁਰ ਹੈ। ਠਾਕੁਰ ਤੋਂ ਪਾਓ ਪ੍ਰਮਾਤਮਾ, ਗੁਰੂ ਮੁਰਸ਼ਦ ਜੀ ਦਾ ਹੁਕਮ ਮੰਨਣਾ ਸਤਿਕਾਰਯੋਗ ਹੈ। ਕਹਿੰਦਾ ਅੱਜ ਤੋਂ ਖਾਲਸਾ ਹੁਕਮ ਕਰੇਗਾ, ਮੈਂ ਮੰਨਾਂਗਾ। ਤੇ ਸਤਿਗੁਰੂ ਜੀ ਦੇ ਪਾਵਨ ਬਚਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੇ ਪ੍ਰਾਨ। ਸਤਿਗੁਰੂ ਜੀ ਦੇ ਪਾਵਨ ਬਚਨ ਕਹਿੰਦੇ, ਸਤਿਗੁਰੂ ਜੀ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਹਿੰਦੇ ਜਗ ਤੱਕ ਖਾਲਸਾ ਨਿਆਰਾ ਰਹੇਗਾ, ਭਾਓ ਪੰਜ ਕਕਾਰਾਂ ਦਾ ਧਾਰਮੀ ਰਹੇਗਾ। ਕੀ ਪੰਜ ਕਕਾਰ? ਸਾਧ ਸੰਗਤ, ਕੇਸਾਂ ਦਾ ਧਾਰਮੀ ਰਵੇ, ਕੰਗਾ ਆਪਣੇ ਸਿਰ ਦੇ ਵਿੱਚ ਰੱਖੇ, ਕੜਾ ਹੱਥ ਵਿੱਚ ਰੱਖੇ, ਕਿਰਪਾਨ ਧਾਰਮੀ ਹੋਵੇ। ਤੇ ਸਾਧ ਸੰਗਤ ਕਛਹਿਰੇ ਪੰਜ ਕਕਾਰਾਂ ਨੂੰ ਸੰਭਾਲ ਕੇ ਰੱਖੇ। ਕਹਿੰਦੇ ਜਦ ਖਾਲਸਾ ਨਿਆਰਾ ਰਹੇਗਾ ਨਾ, ਉਦੋਂ ਤੱਕ ਕਹਿੰਦਾ ਕਿ ਮੇਰੀ ਸ਼ਕਤੀ ਖਾਲਸੇ ਦੇ ਵਿੱਚ ਪ੍ਰਗਟ ਰਵੇਗੀ। ਤੇ ਜਦੋਂ ਇਹ ਕਹਿੰਦੇ ਕਕਾਰਾਂ ਦਾ ਤਿਆਗ ਕਰ ਦੇਣਗੇ, ਕਕਾਰਾਂ ਨੂੰ ਭੁੱਲ ਜਾਣਗੇ, ਸੰਸਾਰ ਦੀ ਮੋਹ ਮਾਇਆ ਵਿੱਚ ਪੈ ਜਾਣਗੇ, ਸਤਿਗੁਰੂ ਜੀ ਕਹਿੰਦੇ ਮੈਂ ਇਹਨਾਂ ਦੀ ਪ੍ਰੀਤ ਛੱਡ ਦੇਣੀ, ਮੈਂ ਨਾ ਕਰੂੰ
ਇਨਕੀ ਪ੍ਰਤੀਤ, ਮੈਂ ਇਹਨਾਂ ਦੀ ਪ੍ਰੀਤ ਨਹੀਂ ਕਰਨੀ। ਤੇ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਤ ਖਾਲਸਾ ਸਾਜਨਾ ਦੀ ਆਰੰਭਤਾ ਕੀਤੀ। ਭਾਈਆਂ ਨੂੰ ਸਿੰਘ ਤੇ ਮਾਵਾਂ ਨੂੰ ਕੋਰ ਦੇ ਨਾਲ, ਬੀਬੀਆਂ ਨੂੰ ਕੋਰ ਦੇ ਨਾਲ ਨਵਾਜਿਆ ਮੇਰੇ ਪਾਤਸ਼ਾਹ ਨੇ। ਸਾਧ ਸੰਗਤ ਬੜਾ ਵੱਡਾ ਇਤਿਹਾਸ ਹੈ। ਮੇਰੇ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਸ ਕਿੰਨੇ ਪਿਆਰੇ ਸਨ। ਅੱਜ ਜਿਹੜਾ ਪਤਿਤ ਹੋ ਕੇ ਸਿੱਖ ਧਰਮ ਵਿੱਚ ਪੈਦਾ ਹੁੰਦਾ ਹੈ ਤੇ ਪਤਿਤ ਹੋ ਕੇ ਕਹਿ ਦਵੇ ਕਿ ਮੇਰੇ ਨਾਮ ਦੇ ਪਿੱਛੇ ਸਿੰਘ ਲੱਗਦਾ, ਮੈਂ ਸਿੰਘ ਹਾਂ, ਮੈਨੂੰ ਬੜਾ ਦੁੱਖ ਹੁੰਦਾ। ਕਈ ਵਾਰ 10 ਇੰਸਟਾਗ੍ਰਾਮ ਜਾਂ ਫੇਸਬੁੱਕ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਆ ਹੋਵੇਗਾ, ਸਿਰ ਦੇ ਉੱਤੇ ਵਾਲ ਨਹੀਂ, ਪਿੱਛੇ ਸਿੰਘ ਤੇ ਖਾਲਸਾ ਲਿਖਿਆ। ਸਾਧ ਸੰਗਤ ਕਿਹੜੇ ਪਾਸੋਂ ਅਸੀਂ ਖਾਲਸੇ ਹਾਂ? ਗੁਰਬਾਣੀ ਕਹਿ ਰਹੀ ਹੈ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਭਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸੀਂ ਕਿਹੜੇ ਪਾਸਿਓਂ ਖਾਲਸੇ ਹੋ ਗਏ? ਅਜੇ ਤੱਕ ਅਸੀਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਮੇਰੇ ਪਾਤਸ਼ਾਹ ਚੌਜੀ ਪ੍ਰੀਤਮ ਦੇ ਸਿੱਖ ਕਿੱਥੋਂ ਬਣਾਂਗੇ? ਸਾਧ ਸੰਗਤ ਇਹ ਉਹੀ ਗੁਰੂ ਗੋਬਿੰਦ ਸਿੰਘ ਹੈ ਜਿਨੇ ਕਦੇ ਕੱਚੀ ਗੜੀ ਦੇ ਵਿੱਚੋਂ ਜਦੋਂ ਖਾਲਸੇ ਨੂੰ ਜਦੋਂ ਸਾਜਿਆ ਨਾ ਤੇ ਪੰਜਾਂ ਸਿੰਘਾਂ ਨੇ ਹੁਕਮ ਕੀਤਾ, ਸਤਿਗੁਰ ਜੀ ਅੱਜ ਅਸੀਂ ਪੰਜਾਂ ਨੇ ਤੁਹਾਨੂੰ ਭੇਟ ਕੀਤੇ ਨੇ ਸੀਸ, ਸਮਾਂ ਆਵੇਗਾ ਤੁਸੀਂ ਕੀ ਭੇਟਾ ਕਰੋਗੇ? ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ, ਦਇਆ ਸਿੰਘ ਉਹ ਸਮਾਂ ਆਵੇਗਾ ਜਿਹੜੀ ਭੇਟ ਮੈਂ ਤੁਹਾਨੂੰ ਚੜਾਵਾਂਗਾ ਨਾ ਉਹ ਕਿਰਪਾ ਕਰਕੇ ਕਬੂਲ ਕਰ ਲਿਓ, ਸਮਾਂ ਆਉਣ ਤੇ ਮੈਂ ਵੀ ਭੇਟਾ ਕਰਾਂਗਾ। ਤੇ ਸਾਧ ਸੰਗਤ ਸਮਾਂ ਆਇਆ। ਜਦੋਂ ਪਰਿਵਾਰ ਵਿਛੜਿਆ, 2 ਚਮਕੌਰ ਦੀ ਧਰਤੀ ਤੇ 2 ਸਰਹੰਦ ਦੇ ਵਿੱਚ ਵਾਰ ਤੇ ਸਾਰਾ ਹੀ ਸਰਬੰਸ ਵਾਰ ਕੇ ਮੇਰੇ ਪਿਤਾ ਪਾਤਸ਼ਾਹ ਕਹਿੰਦੇ ਨੇ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸਤਚਾਰ, 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮਹਾਰਾਜ ਕਹਿੰਦੇ ਇਹਨਾਂ ਪੁੱਤਰਾਂ ਦੇ ਸੀਸ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਸਤਿਗੁਰੂ ਜੀ ਇੱਕ ਅੱਧਾ ਰੱਖ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਜੇ ਕਿਸੇ ਨੂੰ ਪੀੜ੍ਹੀ ਦਰ ਪੀੜ੍ਹੀ ਵਧਾਣੀ ਹੋਵੇ, ਆਪਣਾ ਨਾਮ ਰੱਖਣਾ ਹੋਵੇ, ਕੁੱਲ ਨੂੰ ਜਿਉਂਦਾ ਰੱਖਣਾ ਹੋਵੇ, ਕੋਈ ਨਿਸ਼ਾਨੀ ਹੋਣੀ ਚਾਹੀਦੀ। ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਾਤਸ਼ਾਹ ਕਹਿੰਦੇ ਕਿਹੜੀ ਨਿਸ਼ਾਨੀ ਦੀ ਗੱਲ ਕਰਦੇ ਹੋ? ਆ ਜਿੰਨੇ ਵੀ ਇੱਥੇ ਵਿਖਦੇ ਨੇ ਇਹ ਸਾਰੇ ਮੇਰੇ ਪੁੱਤਰ ਨੇ, ਖਾਲਸਾ ਮੇਰਾ ਪੁੱਤਰ ਹੈ। ਆਪਣੀ ਜ਼ਫਰਨਾਮੇ ਦੇ ਬਚਨਾਂ ਦੇ ਵਿੱਚ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਇਹ ਲਿਖਿਆ ਕਿ ਔਰੰਗਜ਼ੇਬ ਤੂੰ ਮੇਰੇ ਮਾਸੂਮ ਪੁੱਤਰਾਂ ਦਾ ਕਤਲ ਕਰਕੇ ਜੇ ਸਮਝਦਾ ਮੈਂ ਖਾਲਸੇ ਨੂੰ ਮਿਟਾ ਦਿੱਤਾ ਹੈ ਤੇ ਫਿਕਰ ਨਾ ਕਰ, ਅਜੇ ਮੇਰਾ ਕੁੰਡਲੀਆ ਸੱਪ ਖਾਲਸਾ ਜਿਉਂਦਾ ਹੈ। ਜਿਸ ਦਿਨ ਇਹ ਤੇਰੇ ਅੱਗੇ ਆਵੇਗਾ ਤੇਰੇ ਪੈਰਾਂ ਦੇ ਥੱਲੇ ਅੱਗ ਵਿਛਾ ਕੇ ਰੱਖ ਦੇਵੇਗਾ। ਸਾਧ ਸੰਗਤ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਅੰਮ੍ਰਿਤ ਦੀ ਕੋਈ ਮਾਮੂਲੀ ਦਾਤ ਤਿਆਰ ਨਹੀਂ ਕੀਤੀ। ਆਪਾਂ ਤੇ ਕਹਿ ਦਿੰਦੇ ਆ ਕਿ ਭਾਈ ਅੰਮ੍ਰਿਤ ਛਕ, ਸਿੰਘ ਸੱਜ, ਗੁਰੂ ਵਾਲਾ ਬਣ, ਤੇ ਆਪਾਂ ਕੇਵਲ ਕਕਾਰ ਧਾਰਨ ਕਰਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਂਦੇ ਆ। ਸਾਧ ਸੰਗਤ ਧਰਮੀ ਹੋਣਾ ਚਾਹੀਦਾ ਮਨੁੱਖ ਅੰਦਰੋਂ। ਗੁਰੂ ਦੀ ਬਜਰ ਕੁਰੈਤਾਂ ਨੂੰ ਮੰਨੋ। ਸਤਿਗੁਰੂ ਜੀ ਨੇ ਕਿਹਾ ਹੈ 4 ਰਹਿਤਾਂ ਬਖਸ਼ੀਆਂ ਤੇ 4 ਕੁਰੈਤਾਂ ਵੀ ਬਖਸ਼ੀਆਂ। ਮਹਾਰਾਜ ਕਹਿੰਦੇ ਕੁਰੈਤਾਂ ਕੀ ਹਨ? ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੁੱਠਾ ਨਹੀਂ ਖਾਣਾ, ਪਰ ਇਸਤਰੀ ਪੁਰਸ਼ ਦਾ ਗਮਨ ਨਹੀਂ ਕਰਨਾ, ਤੰਬਾਕੂ ਨਹੀਂ ਖਾਣਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ 4 ਬਜਰ ਕੁਰੈਤਾਂ ਵੀ ਹਨ। ਜੇ ਕੋਈ ਬਜਰ ਕੁਰੈਤਾਂ ਦਾ ਧਾਰਮੀ ਹੋਵੇਗਾ ਉਹੀ ਖਾਲਸਾ ਹੋਵੇਗਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਤ ਦੇ ਵਿੱਚ ਰਹੇਗਾ ਤਾਂ ਹੀ ਪਿਆਰਾ ਹੈ। ਬਾਣੀ ਦੇ ਬਚਨ ਸਤਿਗੁਰੂ ਜੀ ਦੇ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਸੋਹਣੀਆਂ ਦਸਤਾਰਾਂ ਬਣ ਕੇ, ਚੰਗੇ ਚੋਲੇ ਪਾ ਕੇ, ਕਿਰਪਾਨਾਂ ਪਾ ਕੇ ਮੇਰੇ ਵਰਗੇ ਸਟੇਜਾਂ ਤੇ ਬਹਿ ਕੇ ਤੇ ਕਹਿ ਦੇਣਗੇ, ਪਰ ਅੰਦਰ ਦੀ ਅਵਸਥਾ ਤੇ ਉਹ ਆਪ ਜਾਣਦਾ ਹੈ। ਜਦੋਂ ਬਹਾਦਰ ਸ਼ਾਹ ਨੇ ਹੀਰਾ ਭੇਟ ਕੀਤਾ ਨਾ ਮੇਰੇ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿ ਸਤਿਗੁਰੂ ਜੀ ਤੁਸੀਂ 4 ਬੰਦੇ ਮੰਗੇ ਸਨ, ਉਹ ਤੇ ਮੈਂ ਨਾ ਦੇ ਸਕਿਆ, ਇਹ ਕੀਮਤੀ ਰਤਨ। ਕਿਉਂਕਿ ਸਾਧ ਸੰਗਤ ਮਨੁੱਖ ਨਾ ਦਾਮ ਲਾਂਦਾ ਹੈ। ਕੀ ਕਰਦਾ ਹੈ? ਕਾਮ ਦਾਮ, ਸ਼ਾਮ ਦਾਮ, ਦੰਡ ਭੇਦ, ਇਹ 4 ਚੀਜ਼ਾਂ ਅਪਣਾਉਂਦਾ ਹੈ। ਇਹਨਾਂ ਵਿੱਚੋਂ 4 ਵਿੱਚੋਂ ਜਦੋਂ ਕੁਛ ਨਾ ਚਲੀ ਤੇ ਦਾਮ ਨੂੰ ਭੇਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ। ਐਲਕਾਰ ਕਹਿੰਦੇ ਬਹਾਦਰ ਸ਼ਾਹ 4 ਬੰਦੇ ਜੇ ਤੂੰ ਫੜਾ ਦਿੱਤੇ ਨਾ ਗੁਰੂ ਗੋਬਿੰਦ ਸਿੰਘ ਨੂੰ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਪੀਰ ਬੁੱਧੂ ਸ਼ਾਹ ਵਰਗੇ ਪਾਕ ਪੀਰ ਦਾ ਕਤਲ ਕੀਤਾ ਹੈ,
ਤੇ ਇਹ ਯਾਦ ਰੱਖੀ ਤੇਰੇ ਖਿਲਾਫ ਬਗਾਵਤ ਛਿੜ ਜਾਵੇਗੀ। ਤੂੰ ਇਦਾਂ ਕਰ, ਕੋਈ ਕੀਮਤੀ ਚੀਜ਼ ਭੇਟਾ ਕਰ ਦੇ, ਕਿਤੇ ਗੁਰੂ ਗੋਬਿੰਦ ਸਿੰਘ ਦਾ ਮਨ ਪਿਘਲ ਜਾਵੇ। ਤੇ ਸਾਧ ਸੰਗਤ ਕੀਮਤੀ ਰਤਨ ਉਹ ਹੀਰਾ ਲਿਆ ਕੇ ਭੇਟਾ ਕੀਤਾ ਨਾ ਜਦੋਂ ਚਰਨਾਂ ਵਿੱਚ, ਤੇ ਸਤਿਗੁਰੂ ਜੀ ਨੇ ਨਾ ਚੱਕ ਕੇ ਆਪਣੀ ਅੱਖ ਤੋਂ ਨਾ ਇਦਾਂ ਵੇਖਿਆ ਤੇ ਕਹਿਣ ਲੱਗਾ, ਬਹਾਦਰ ਸ਼ਾਹ ਖੁਸ਼ ਹੋ ਗਿਆ ਮਨ ਵਿੱਚ, ਕਹਿੰਦਾ ਲੱਗਦਾ ਸਤਿਗੁਰੂ ਜੀ ਨੂੰ ਭੇਟਾ ਪਸੰਦ ਆ ਗਈ ਹੈ, ਲੱਗਦਾ ਹੀਰਾ ਚੰਗਾ ਲੱਗਿਆ ਹੈ। ਹੁਣ ਭੁੱਲ ਜਾਣਗੇ ਕਿ ਮੈਂ 4 ਬੰਦੇ ਮੰਗੇ ਸਨ, ਮੈਂ ਨਹੀਂ ਦਿੱਤੇ, ਇਹ ਹੀਰਾ ਰੱਖ ਲੈਣਗੇ। ਪਰ ਅਜੇ ਪਤਾ ਨਹੀਂ ਬਹਾਦਰ ਸ਼ਾਹ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਕ ਇੱਕ ਕੇਸ ਦੀ ਕੀਮਤ ਇਹ 2 ਜਹਾਨ ਤੁਲਦੇ ਨੇ। ਤੂੰ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੀਮਤ ਲਾਉਣ ਆਇਆ, ਜਿਹੜਾ ਆਨੰਦਾਂ ਦੀ ਪੁਰੀ ਦਾ ਮਾਲਕ ਹੈ, ਜਿਹਦੇ ਚਰਨਾਂ ਦੇ ਵਿੱਚ ਆਨੰਦ ਦੇ ਖੇੜੇ ਵਰਸਦੇ ਨੇ। ਅੱਜ ਤੂੰ ਉਹਦੀ ਕੀਮਤ ਲਾਣ ਆਇਆ। ਸਤਿਗੁਰੂ ਜੀ ਨੇ ਹੀਰਾ ਚੱਕ ਕੇ ਵੇਖਿਆ, ਵਗਾ ਕੇ ਪਿੱਛੇ ਸੁੱਟ ਦਿੱਤਾ ਗੋਦਾਵਰੀ ਦੇ ਵਿੱਚ। ਕਹਿੰਦੇ ਸਤਿਗੁਰੂ ਜੀ ਇੰਨਾ ਕੀਮਤੀ ਹੀਰਾ ਤੁਸੀਂ ਸੁੱਟ ਦਿੱਤਾ, ਰੱਖ ਲੈਣਾ ਸੀ, ਕਈ ਮਹਿਲ ਤਿਆਰ ਹੋ ਜਾਂਦੇ। ਦੁਨੀਆ ਦੀ ਕੀਮਤ ਦਾ, ਖਜ਼ਾਨੇ ਦੀ ਕੀਮਤ ਇੱਕ ਪਾਸੇ, ਇਸ ਹੀਰੇ ਦੀ ਕੀਮਤ ਇੱਕ ਪਾਸੇ ਹੈ। ਸਤਿਗੁਰੂ ਜੀ ਕਹਿੰਦੇ ਬਹਾਦਰ ਸ਼ਾਹ, ਖਾਲਸਾ ਰਾਜ ਪਾਠ ਨੂੰ ਠੋਕਰਾ ਮਾਰਦਾ ਹੈ, ਸਾਨੂੰ ਤੇਰੇ ਹੀਰੇ ਦੀ ਲੋੜ ਨਹੀਂ, ਤੂੰ ਸਾਨੂੰ ਹੀਰੇ ਨਾਲ ਤੋਲਣ ਆਇਆ। ਸੰਸਾਰ ਦਾ ਕੋਈ ਐਸਾ ਹੀਰਾ ਬਣਿਆ ਹੀ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਕੀਮਤ ਲਾ ਸਕੇ। ਸਤਿਗੁਰੂ ਜੀ ਨੇ ਹੀਰਾ ਵਗਾ ਕੇ ਸੁੱਟਿਆ। ਬਹਾਦਰ ਸ਼ਾਹ ਕਹਿੰਦਾ ਸਤਿਗੁਰੂ ਜੀ ਸੁੱਟ ਦਿੱਤਾ। ਕਹਿੰਦੇ ਆ ਸਾਡੀ ਨਿਗਾਹ ਨਾਲ ਵੇਖ, ਜਿੱਥੇ ਤੇਰਾ ਹੀਰਾ ਪਿਆ ਉਹਦੇ ਨਾਲ ਰੁਲਦੇ ਹੋਏ ਕਈ ਹੀਰੇ ਇਸ ਗੋਦਾਵਰੀ ਦੇ ਵਿੱਚ ਪਏ ਨੇ। ਤੇ ਸਾਧ ਸੰਗਤ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੇਸਾਂ ਦੇ ਨਾਲ ਇੰਨਾ ਪਿਆਰ ਹੈ। ਜਦੋਂ ਸਤਿਗੁਰੂ ਜੀ ਨੇ ਆਖਿਆ ਨਾ ਕਿ ਅੱਜ ਤੋਂ ਖਾਲਸਾ ਹੁਕਮ ਕਰੇਗਾ ਤੇ ਮੈਂ ਮੰਨਾਂਗਾ, ਉਹ ਕੱਚੀ ਹਵੇਲੀ ਜਿਹਦੇ ਵਿੱਚ ਗੜੀ ਵਿੱਚ ਸਤਿਗੁਰੂ ਜੀ ਰੁਕੇ ਨੇ, 40 ਸਿੰਘ 5 ਪਿਆਰਿਆਂ ਨੇ, ਜਦੋਂ ਸਿੰਘਾਂ ਨੇ ਹੁਕਮ ਕੀਤਾ ਸਤਿਗੁਰੂ ਜੀ ਗੜੀ ਛੱਡ ਕੇ ਚਲੇ ਜਾਓ, ਤੁਸੀਂ ਸਾਡੇ ਮੁਰਸ਼ਦ ਹੋ, ਤੁਸੀਂ ਸਾਡੇ ਪੈਗੰਬਰ ਹੋ, ਤੁਸੀਂ ਸਾਡੇ ਪ੍ਰਮਾਤਮਾ ਸਰੂਪ ਹੋ, ਤੁਸੀਂ ਜਾਵੋਗੇ ਖਾਲਸਾ ਫੇਰ ਤਿਆਰ ਕਰ ਲਵੋਗੇ। ਜੇ ਆਪ ਜੀ ਨੂੰ ਕੁਝ ਹੋਇਆ ਤੇ ਇਹ ਖਾਲਸਾ ਸਾਜਣਾ ਜਿਹਾ ਸਾਜਿਆ ਨਾ, ਇਹ ਵੱਧ ਨਹੀਂ ਸਕੇਗਾ। ਮੇਰੇ ਪਾਤਸ਼ਾਹ ਕਹਿੰਦੇ ਨਹੀਂ, ਇਨਕਾਰ ਕਰ ਦਿੱਤਾ, ਕਹਿੰਦੇ ਗੜੀ ਛੱਡ ਕੇ ਨਹੀਂ ਜਾਣੀ। ਪਰ ਜਦੋਂ 5 ਨੇ ਹੁਕਮ ਕੀਤਾ ਨਾ ਕਿ ਸਤਿਗੁਰੂ ਜੀ ਤੁਸੀਂ ਕਿਹਾ ਸੀ ਆਨੰਦਪੁਰ ਦੀ ਧਰਤੀ ਤੇ 1699 ਦੀ ਵਿਸਾਖੀ ਨੂੰ ਕਿ ਖਾਲਸਾ ਜਦੋਂ ਹੁਕਮ ਕਰੇਗਾ ਤੇ ਮੈਂ 5 ਦਾ ਹੁਕਮ ਮੰਨਾਂਗਾ, ਅੱਜ ਅਸੀਂ ਹੁਕਮ ਕਰਦੇ ਹਾਂ ਗੜੀ ਛੱਡ ਕੇ ਜਾਓ। ਮੇਰੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ 5 ਦਾ ਹੁਕਮ ਮੰਨਿਆ, ਗੜੀ ਛੱਡ ਦਿੱਤੀ। 40 ਸਿੰਘਾਂ ਦਾ ਟਾਕਰਾ ਹੋਇਆ ਜਬਰ ਜ਼ੁਲਮ ਦੇ ਨਾਲ। ਤੇ ਸਾਧ ਸੰਗਤ, ਮੇਰੇ ਪਾਤਸ਼ਾਹ ਜੀ ਨੇ ਜਿਹੜਾ ਪਹਿਨਿਆ ਹੋਇਆ ਕੀਮੀ ਜਾਮਾ ਸੀ ਨਾ ਕੀਮਤੀ, ਉਹ ਵੀ ਲਾਹ ਦਿੱਤਾ। ਮੇਰੇ ਪਾਤਸ਼ਾਹ ਨੇ ਕਲਗੀ ਵੀ ਲਾਹ ਦਿੱਤੀ, ਹੱਥ ਦੇ ਵਿੱਚ ਘੋੜਾ ਸੀ ਉਹ ਵੀ ਛੱਡ ਦਿੱਤਾ, ਪਹਿਨਿਆ ਹੋਇਆ ਜੋੜਾ ਵੀ ਲਾਹ ਦਿੱਤਾ। ਕਹਿੰਦੇ ਸਤਿਗੁਰੂ ਜੀ ਠੰਡ ਦੀ ਸਿਆਲੀ ਰੁੱਤ ਹੈ, ਜੋੜਾ ਤੇ ਪਹਿਨ ਲਵੋ, ਬਾਹਰ ਜਾਵੋਗੇ ਠੰਡ ਬੜੀ ਹੈ, ਇਸ ਸਿਆਲੀ ਰੁੱਤ ਦੇ ਵਿੱਚ ਕੋਈ ਵੀ ਜੋੜਾ ਪਹਿਨਿਆ ਬਿਨਾ ਨਹੀਂ ਨਿਕਲ ਸਕਦਾ। ਰਾਹ ਦੇ ਵਿੱਚ ਰੋੜੇ ਵੀ ਹੋਣਗੇ, ਕੰਡੇ ਵੀ ਹੋਣਗੇ, ਮੇਰੇ ਪਾਤਸ਼ਾਹ ਜੋੜਾ ਤੇ ਪਹਿਨੋ। ਸਤਿਗੁਰੂ ਜੀ ਕਹਿੰਦੇ ਦਇਆ ਸਿੰਘ ਰਣ ਭੂਮੀ ਮੈਦਾਨ ਦੇ ਵਿੱਚ ਚਮਕੌਰ ਦੀ ਗੜੀ ਵਿੱਚ ਇੱਕ ਇੱਕ ਥਾਂ ਤੇ ਚਾਰੇ ਪਾਸੇ ਮੇਰੇ ਸਿੰਘ ਸਿਪਾਹੀ ਸੂਰਮੇ ਸ਼ਹੀਦ ਹੋਏ ਪਏ ਨੇ। ਕਿਸੇ ਦੇ ਕੇਸ ਖੁੱਲੇ ਹੋਣਗੇ, ਕਿਸੇ ਦੀ ਦਸਤਾਰਾਂ ਵੱਖ ਹੋਈਆਂ ਹੋਣਗੀਆਂ। ਮੈਂ ਨਹੀਂ ਚਾਹੁੰਦਾ ਜਿਹੜਾ ਖਾਲਸਾ ਤਿਆਰ ਹੋਇਆ, ਜਿਹੜੇ ਕੇਸਾਂ ਦੇ ਨਾਲ ਸਿੱਖੀ ਨਿਭਾ ਗਏ ਨੇ, ਅੱਜ ਮੇਰਾ ਪੈਰ ਜੁੱਤੀਆਂ ਦੇ ਨਾਲ ਉਹਨਾਂ ਦੇ ਕੇਸਾਂ ਦੇ ਉੱਤੇ ਪਵੇ। ਇਹ ਮੇਰੇ ਪਾਤਸ਼ਾਹ ਦਾ ਪਿਆਰ ਹੈ ਕੇਸਾਂ ਨਾਲ। ਇੰਨਾ ਪਿਆਰ ਸੀ ਕੇਸਾਂ ਦੇ ਨਾਲ ਕਿ ਜਿੱਥੇ ਖਾਲਸਾ ਸਾਜਿਆ ਉਹਦਾ ਨਾਮ ਵੀ ਕੇਸਗੜ੍ਹ ਸਾਹਿਬ ਰੱਖ ਦਿੱਤਾ। ਇੰਨਾ ਪਿਆਰ ਹੈ ਕੇਸਾਂ ਦੇ ਨਾਲ। ਅੱਜ ਰੋਮਾਂ ਦੀ ਬੇਅਦਬੀ ਕਰਦਿਆਂ ਮਨੁੱਖ ਕੁਛ ਨਹੀਂ ਸਮਝਦਾ, ਉਹ ਕਹਿੰਦਾ ਪੱਟ ਦਿੱਤਾ ਤੇ ਬਾਹਰ ਗਿਆ, ਕੀ ਫਰਕ ਪੈਂਦਾ ਹੈ? ਸਾਧ ਸੰਗਤ ਇੱਕ ਗੱਲ ਚੇਤੇ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ 4 ਫਰਜ਼ੰਦ ਲਾਲ ਸ਼ਹੀਦ ਕਰਕੇ ਇਹਨਾਂ ਨੀਹਾਂ ਦੇ ਵਿੱਚ ਉਹਨਾਂ ਦੇ ਖੂਨ ਦੇ ਨਾਲ, ਉਹਨਾਂ ਦੀ ਅੰਤਰਾਂ ਨਾਲ ਇਹਦੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ ਹੈ। ਜੇ ਅੱਜ ਦੇ ਸਮੇਂ ਦੇ ਵਿੱਚ ਇਤਿਹਾਸ ਤੋਂ ਵਾਂਝੇ ਹੋ ਕੇ ਕੋਈ ਮੇਰੀ ਭੈਣ, ਕੋਈ ਮੇਰਾ ਭਰਾ ਕੇਸਾਂ ਦੀ ਬੇਅਦਬੀ ਸਿੱਖ ਪੰਥ ਦੇ ਵਿੱਚ ਕਰਦਾ ਹੈ, ਚੇਤਾ ਰੱਖਿਓ ਸਾਹਿਬਜ਼ਾਦਿਆਂ ਦੇ ਸੀਨੇ ਦੇ ਉੱਤੇ ਪੈਰ ਰੱਖ ਕੇ ਜਾਉਂਦਾ ਹੈ।
ਇਹ ਵੱਡਾ ਪਾਪ ਅਸੀਂ ਕਰਦੇ ਹਾਂ। ਤੇ ਸਾਧ ਸੰਗਤ ਐਸੇ ਪਾਪੀਆਂ ਨੂੰ ਲੋਕ ਪਰਲੋਕ ਵਿੱਚ ਕਿੱਥੇ ਥਾਂ ਨਹੀਂ ਹਾਸਲ ਹੋਣੀ। ਮੇਰੇ ਪਾਤਸ਼ਾਹ ਨੇ ਕੇਸਾਂ ਦੀ ਇੰਨੀ ਸੰਭਾਲ ਕੀਤੀ, ਇੰਨੇ ਪਿਆਰੇ ਸਨ ਕੇਸ। ਕਹਿੰਦੇ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਵਾਨ ਸਜਦਾ ਸੀ, ਸਾਹਮਣੇ ਆ ਕੇ ਬੈਠਦਾ ਸੀ। ਮੇਰੇ ਪਾਤਸ਼ਾਹ ਬੜੀ ਪਿਆਰ ਭਰੀ ਕਰੁਣਾ ਭਰੀ ਨਿਗਾਹ ਨਾਲ ਉਹਨੂੰ ਤੱਕਦੇ ਸਨ। ਕੁਝ ਸਮਾਂ ਬੀਤਿਆ, ਉਹ ਸਿੰਘ ਆ ਕੇ ਬੈਠਦਾ, ਮੇਰੇ ਚੋਜੀ ਪ੍ਰੀਤਮ ਉਹਦੇ ਵੱਲ ਤੱਕਦੇ ਨਹੀਂ। ਕਾਰਨ ਪੁੱਛ ਲਿਆ ਉਸ ਦੀਵਾਨ ਦੀ ਸਮਾਪਤੀ ਤੋਂ ਬਾਅਦ। ਕਹਿੰਦੇ ਸਤਿਗੁਰੂ ਜੀ ਰੋਜ਼ਾਨਾ ਮੇਰੇ ਵੱਲ ਤੱਕਦੇ ਸੀ, ਕੁਝ ਦਿਨ ਹੋਏ ਮੇਰੇ ਵੱਲ ਤੱਕਦੇ ਨਹੀਂ, ਅੱਖ ਮੇਰੇ ਵੱਲ ਨਹੀਂ ਫਿਰਦੇ। ਕਹਿੰਦੇ ਸਿੱਖਾ ਤੇਰੀ ਦਾੜੀ ਦੇ ਵਿੱਚ ਇੱਕ ਚਿੱਟਾ ਕੇਸ ਸੀ, ਉਸ ਕੇਸ ਨੂੰ ਵੇਖ ਕੇ ਮੈਨੂੰ ਲੱਗਦਾ ਸੀ ਕਿ ਇਹ ਸਿੱਖ ਜਿਹੜਾ ਸਿੱਖੀ ਦੀ ਬੜੀ ਸੰਭਾਲ ਕਰਦਾ ਹੈ। ਇੱਕ ਕੇਸ ਚਿੱਟਾ ਹੈ ਪਰ ਇਸ ਸਿੱਖ ਨੇ ਇਸ ਕੇਸ ਨੂੰ ਰੰਗਿਆ ਨਹੀਂ, ਭਾਵ ਇਹਨੂੰ ਸੰਭਾਲ ਕੇ ਰੱਖਿਆ। ਬਾਅਦ ਕੁਛ ਦਿਨ ਹੋਏ ਨੇ, ਮੈਨੂੰ ਤੇਰਾ ਉਹ ਕੇਸ ਨਹੀਂ ਵਿਖਦਾ। ਕਹਿੰਦਾ ਸਤਿਗੁਰੂ ਜੀ ਭੁੱਲ ਹੋ ਗਈ, ਕਾਲੇ ਕੇਸਾਂ ਵਿੱਚੋਂ ਚਿੱਟਾ ਪੱਟ ਕੇ ਸੁੱਟ ਦਿੱਤਾ। ਕਹਿੰਦਾ ਜਾ ਫਿਰ ਅੱਜ ਤੋਂ ਤੂੰ ਮੇਰਾ ਸਿੱਖ ਵੀ ਨਹੀਂ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਰਹਿਣੀ ਰਹੇ सोई सिख मेरा। जब एह गहे विपरन की रीत, मैं न करूं इनकी प्रतीत। पातशाह कहते मैनू ये प्यारे नहीं, रहत प्यारी है। मेरे पातशाह जी ने सिक्खी दी संभाल की है। साध संगत सिखा ने सिक्खी केसा सुआसा नाल निभाई है, ਤਾਂ ਜਾ ਕੇ ਅੱਜ ਅਸ ਇਸ ਕੌਮ ਦੇ ਵਿੱਚ ਆਨੰਦ ਮਾਣ ਰਹੇ ਹਾਂ। ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਸਿੱਖਾਂ ਦੀ ਪਹਿਚਾਣ ਨਾ ਰਹੇ। ਅਰਜਨਟੀਨਾ ਤੱਕ ਦੇਸ਼ਾਂ ਦੇ ਵਿੱਚ ਲੋਕ ਕੇਸਾਂ ਦੀ ਸੰਭਾਲ ਕਰ ਰਹੇ ਨੇ। ਉੱਥੇ ਦਾ ਸਭ ਤੋਂ ਅਮੀਰ ਵਿਅਕਤੀ ਇੱਕ ਖਾਲਸਾ ਸਿੰਘ ਹੈ। ਦੁਨੀਆ ਦੇ ਅਰਜਨਟੀਨਾ ਦੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਦਾ ਮਾਲਕ ਹੈ ਉਹ। ਆਪਾਂ ਸਿੱਖੀ ਨੂੰ ਕੀ ਸਮਝਦੇ ਹਾਂ? ਉਹ ਸਮਾਂ ਸੀ ਜਦੋਂ ਏਅਰਪੋਰਟਾਂ ਤੇ ਸਿੱਖਾਂ ਨੂੰ ਚੜ੍ਹਿਆ ਨਹੀਂ ਜਾਇਆ ਕਰਦਾ ਸੀ। ਮਨਾਹੀ ਸੀ ਕਿ ਸਿੱਖ ਜਿਹੜਾ ਜਹਾਜ਼ ਤੇ ਨਹੀਂ ਚੜ੍ਹ ਸਕਦਾ। ਪਰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਤੇਰੀਆਂ ਬਦੌਲਤਾਂ, ਤੇਰੀ ਮਿਹਰਬਾਨੀਆਂ ਨੇ ਕਿ ਅੱਜ ਸਿੱਖਾਂ ਦੇ ਪਾਸਪੋਰਟ ਸਰਕਾਰਾਂ ਗੌਰਮੈਂਟ ਵੇਖਦੀ ਹੈ। ਅੱਜ ਮੁਲਕ ਜਿਹੜੇ ਬਾਹਰ ਦੇ ਨੇ, ਲਗਭਗ ਸਾਰੇ ਹੀ ਮੁਲਕਾਂ ਦੇ ਵਿੱਚ ਸਿੱਖਾਂ ਦੀ ਪਹਿਚਾਣ ਵੱਖਰੀ ਹੈ। ਹਰ ਇੱਕ ਮੁਲਕ ਦੇ ਵਿੱਚ ਸਿੱਖ ਇੱਕ ਆਪਣਾ ਵੱਖਰਾ ਨਾਮ ਕਮਾ ਰਹੇ ਨੇ। ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਅੱਜ ਸਿੱਖਾਂ ਨੇ ਪ੍ਰੈਜ਼ੀਡੈਂਟ ਬਣ ਕੇ ਆਪਣਾ ਨਾਮ ਕਮਾਇਆ ਹੈ। ਕੋਈ ਰੱਖਿਆ ਮੰਤਰੀ ਬਣਿਆ ਹੈ ਤੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ। ਮੇਰੇ ਪਾਤਸ਼ਾਹ, ਇਹ ਸਾਡੀ ਸਿੱਖੀ ਨਹੀਂ, ਇਹ ਤੇਰੀ ਦਇਆ ਹੈ, ਤੇਰੀ ਬਖਸ਼ੀ ਹੋਈ ਸਿੱਖੀ ਹੈ ਜਿਹੜੀ ਅੱਜ ਫਲ ਫੁੱਲ ਰਹੀ ਹੈ। ਤੇ ਸਾਧ ਸੰਗਤ ਇਦਾਂ ਨਾ ਜਾਣਿਓ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਹਾਨ ਬਲਿਦਾਨ ਦਿੱਤੇ ਨੇ, ਤਾਂ ਦਿੱਲੀ ਦੇ ਧਰਤੀ ਤੇ ਵੀ ਅੱਜ ਸਿੱਖਾਂ ਦੀ ਪਹਿਚਾਣ ਹੈ। ਜਦੋਂ ਆਏ ਸੀ ਨਾ ਕਸ਼ਮੀਰੀ ਪੰਡਤ, ਤੇ ਮਹਾਰਾਜ ਨੇ ਬਚਨਾਂ ਦੇ ਨਾਲ ਨਿਵਾਜਿਆ, ਕਹਿਆ ਬੱਚਿਓ ਤੁਸੀਂ ਘਰ ਜਾਵੋ, ਸੱਚ ਸਿਰ ਦੇ ਕੇ ਸੱਚ ਬਚਾਵਾਂਗਾ ਮੈਂ। ਬੁਝ ਰਹੇ ਹਿੰਦੂ ਦੀਵੇ ਦੇ ਅੰਦਰ, ਲਹੂ ਆਪਣੇ ਤੇਲ ਦਾ ਪਾਵਾਂਗਾ ਮੈਂ। ਪਾਇਆ ਤੇਲ ਲਹੂ ਦਾ ਆਪਣੇ ਭਾਰਤ ਭਾਗ ਦਾ ਦੇਸ਼ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਦੀਵਿਆਂ ਦੇ ਅੰਦਰ ਤੇਲ ਅੱਜ ਵੀ ਤੇਗ ਬਹਾਦਰ ਦਾ ਬਲ ਰਿਹਾ ਹੈ। ਸਤਿਗੁਰੂ ਜੀ ਨੇ ਬਾਲਿਆ ਹੈ। ਤੇ ਸਾਧ ਸੰਗਤ, ਸਿੱਖੀ ਦੀ ਕੀਮਤ ਨੂੰ ਪਹਿਚਾਣਿਆ ਕਿਨੇ? ਪੀਰ ਬੁੱਧੂ ਸ਼ਾਹ ਨੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਸਢੋਰੇ ਆਇਆ ਨਾ, ਆਪਣੇ 2 ਨੌਜਵਾਨ ਪੁੱਤਰ ਸ਼ਹੀਦ ਕਰਾ ਦਿੱਤੇ, 500 ਸੂਰਮੇ ਸ਼ਹੀਦ ਕਰਾ ਦਿੱਤੇ। ਤੇ ਸਤਿਗੁਰੂ ਜੀ ਕੇਸਾਂ ਦੇ ਨਾਲ ਨਾ ਕੰਘੀ ਕਰ ਰਹੇ ਸਨ। ਤੇ ਮਹਾਰਾਜ ਪਾਤਸ਼ਾਹ ਜੀ ਕੇਸਾਂ ਦੇ ਨਾਲ ਜਦੋਂ ਕੰਘੀ ਕਰਕੇ ਚੂੜਾ ਬੰਨਿਆ ਨਾ, ਤੇ ਜਿਹੜਾ ਕੰਘਾ ਸਤਿਗੁਰੂ ਜੀ ਦੇ ਕੋਲ ਸੀ ਉਹ ਥੱਲੇ ਰੱਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਘੇ ਤੇ ਪੀਰ ਬੁੱਧੂ ਸ਼ਾਹ ਦੀ ਨਜ਼ਰ ਪੈ ਗਈ। ਸਤਿਗੁਰੂ ਜੀ ਕਹਿੰਦੇ, ਪੀਰ ਬੁੱਧੂ ਸ਼ਾਹ, ਬੜਾ ਵੱਡਾ ਕਾਰਜ ਕੀਤਾ ਹੈ, ਬਹੁਤ ਵੱਡਾ ਕਾਰਜ ਕੀਤਾ ਹੈ ਤੂੰ। 500 ਮੁਰੀਦ ਸ਼ਹੀਦ ਕਰਾਤੇ, 2 ਫਰਜ਼ੰਦ ਲੇਖੇ ਲਾ ਦਿੱਤੇ ਸਿੱਖੀ ਦੇ। ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਖੁੱਲਿਆ, ਮੰਗ ਤੂੰ ਕੀ ਮੰਗਦਾ ਹੈ? ਤੇ ਸਾਧ ਸੰਗਤ ਹੈਰਾਨ ਹੋ ਜਾਓਗੇ, ਪੀਰ ਬੁੱਧੂ ਸ਼ਾਹ ਨੇ ਕੇਸਾਂ ਦੀ ਪਹਿਚਾਣ ਨੂੰ ਪਛਾਣਿਆ। ਕਹਿੰਦੇ ਸਤਿਗੁਰ ਜੇ ਤਰੁੱਠੇ ਹੋ ਨਾ ਤੇ ਕਿਰਪਾ ਕਰੋ, ਤਰੁੱਠ ਕੇ ਮੈਨੂੰ ਜਿਹੜਾ ਇਹ ਕੇਸਾਂ ਦੇ ਨਾਲ ਤੁਹਾਡਾ ਕੰਘਾ ਹੈ ਨਾ, ਐਦਾਂ ਝੋਲੀ ਅੱਡੀ। ਕਹਿੰਦੇ ਸਤਿਗੁਰੂ ਜੀ ਇਹ ਸਿੱਖੀ ਦੀ ਦਾਤ ਮੇਰੇ ਝੋਲੀ ਵਿੱਚ ਪਾ ਦੇਵੋ। ਮਹਾਰਾਜ ਨੇ ਝੋਲੀ ਵਿੱਚ ਪਾ ਦਿੱਤੀ। ਪੀਰ ਬੁੱਧੂ ਸ਼ਾਹ ਕਹਿੰਦੇ, ਪਾਤਸ਼ਾਹ ਤੇਰੇ ਇੱਕ ਇੱਕ ਕੇਸ ਦੇ ਕੀਮਤ
ਇਹ ਦੋ ਜਹਾਨ ਨਾਪੇ ਜਾ ਸਕਦੇ ਨੇ, ਤੇਰੀ ਕੇਸ਼ਾਂ ਦੀ ਕੀਮਤ ਨਹੀਂ ਘਟ ਸਕਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਪਿਆਰਾ ਲਿਖਿਆ ਲਾਲਾ ਦੌਲਤ ਰਾਏ ਜੀ ਨੇ, ਕਹਿੰਦੇ ਨਾ ਕਹੂੰ ਤਬ ਕੀ ਨਾ ਕਹੂੰ ਅਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਇਹ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਖੜਤਾਲਾਂ ਨਾ ਵੱਜਦੀਆਂ, ਇਹ ਚੋਟੀਆਂ ਬੋਦੀਆਂ ਨਾ ਹੁੰਦੀਆਂ, ਕਿਉਂਕਿ ਜਿਸ ਹਿਸਾਬ ਨਾਲ ਇਸ ਸੰਸਾਰ ਦੇ ਉੱਤੇ, ਦੇਸ਼ ਦੇ ਉੱਤੇ ਮੁਗਲਾਂ ਨੇ ਕਬਜ਼ਾ ਕੀਤਾ ਨਾ, ਸਾਧ ਸੰਗਤ ਮੁੜ ਕੇ ਕਦੇ ਇਹ ਗੁਲਾਮੀਆਂ ਆਜ਼ਾਦ ਨਾ ਹੁੰਦੀਆਂ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਲਹੂ ਨਾ ਦਾਨ ਕਰਦੇ, ਬਲਿਦਾਨ ਨਾ ਦਿੰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਰਬੰਸ ਨਾ ਲੁਟਾਉਂਦੇ, ਅੱਜ ਇਸ ਸਿੱਖੀ ਨੂੰ ਕਿਸੇ ਨੇ ਨਹੀਂ ਪਹਿਚਾਨਣਾ ਸੀ। ਮੈਂ ਬੇਨਤੀ ਕਰਾਂਗਾ ਕਿ ਸਾਧ ਸੰਗਤ ਆਪਣੇ ਘਰ ਦੇ ਵਿੱਚ ਮਾਂ ਬੋਲੀ ਨੂੰ ਸਭ ਤੋਂ ਪਹਿਲਾਂ ਲਿਆਓ। ਜਦੋਂ ਮੈਨੂੰ ਕੋਈ ਸਿੱਖ ਇੱਕ ਘਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਕਹਿੰਦੇ ਗਿਆਨੀ ਜੀ ਅਸੀਂ ਪ੍ਰਸ਼ਾਦਾ ਰੱਖਿਆ 5 ਸਿੰਘਾਂ ਦਾ, ਤੁਸੀਂ ਨਾਲ ਆਉਣਾ। ਸਾਧ ਸੰਗਤ ਅਰਦਾਸ ਕੀਤੀ, ਉਹਨਾਂ ਨੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਕਾ ਪ੍ਰਕਾਸ਼ ਕੀਤਾ ਹੋਇਆ ਸੀ, ਪ੍ਰਕਾਸ਼ ਕੀਤਾ, ਬੜੀ ਖੁਸ਼ੀ ਹੋਈ। ਪਰ ਜਦੋਂ ਬੱਚੇ ਹਿੰਦੀ ਬੋਲਦੇ ਸੀ ਨਾ ਆਪਸ ਦੇ ਵਿੱਚ, ਜਾਣ ਵੇਲੇ ਜਦੋਂ ਉਹਨਾਂ ਨੇ ਭੇਟਾ ਦਿੱਤੀ, ਮੈਂ ਕਿਹਾ ਭੇਟਾ ਨਹੀਂ ਚਾਹੀਦੀ, ਬਸ ਇੱਕ ਬੇਨਤੀ ਕਬੂਲ ਕਰਿਓ, ਅੱਜ ਗੁਰੂ ਨਾਨਕ ਦੀ ਗੱਦੀ ਤੁਹਾਡੇ ਘਰ ਦੇ ਵਿੱਚ ਹੈ, ਅੱਜ ਤੋਂ ਬਾਅਦ ਮੁੜ ਕੇ ਘਰ ਦੇ ਵਿੱਚ ਹਿੰਦੀ ਦਾ ਬੁਲਾਰਾ ਨਾ ਕਰਿਓ, ਅੱਜ ਤੋਂ ਬਾਅਦ ਬੋਲਣਾ ਹੈ ਤੇ ਗੁਰੂ ਕੀ ਮਾਂ ਪੰਜਾਬੀ ਦੇ ਨਾਲ ਬੋਲੋ। ਸਾਡੇ ਬੱਚੇ ਹਿੰਦੀ ਬਾਹਰ ਬੋਲਦੇ ਨੇ, ਮੁੜ ਕੇ ਘਰ ਦੇ ਵਿੱਚ ਲਿਆਉਂਦੇ ਨੇ। ਸਭ ਤੋਂ ਪਹਿਲਾਂ ਜੇ ਕਿਸੇ ਧਰਮ ਨੂੰ ਮੁਕਾਉਣਾ ਨਾ, ਉਹਦੀ ਮਾਂ ਬੋਲੀ ਖੋਹ ਲਿੱਤੀ ਜਾਵੇ, ਉਸ ਧਰਮ ਦੇ ਆਪਣੇ ਆਪ ਲੁਪਤ ਹੋ ਜਾਣਾ ਹੈ। ਉਸ ਧਰਮ ਦਾ ਇਤਿਹਾਸ ਖੋਲੋ, ਉਹ ਧਰਮ ਦਾ ਨਾਮੋ ਨਿਸ਼ਾਨ ਨਕਸ਼ੇ ਤੋਂ ਮਿਟ ਜਾਣਾ ਹੈ। ਸਾਧ ਸੰਗਤ ਬੇਨਤੀ ਕੀਤੀ ਕਿ ਭਾਈ ਆਪਣੇ ਘਰਾਂ ਦੇ ਵਿੱਚ ਮਾਂ ਬੋਲੀ ਨੂੰ ਪਹਿਲ ਦਿਓ। ਬੱਚਿਆਂ ਨਾਲ ਹਿੰਦੀ ਦੇ ਵਿੱਚ ਨਾ, ਦਿੱਲੀ ਦੇ ਵਿੱਚ ਤੇ ਫੈਸ਼ਨ ਬਣ ਗਿਆ ਕਿ ਅਸੀਂ ਬਾਹਰ ਜੋ ਹਿੰਦੀ ਬੋਲਦੇ ਹਾਂ ਬੱਚਿਆਂ ਨਾਲ ਵੀ ਉਹੀ ਬੋਲਣੀ ਹੈ। ਭਾਈ ਇੱਦਾਂ ਨਾ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਲੁਟਾਇਆ ਹੈ, ਨਿੱਕੇ ਨਿੱਕੇ ਲਾਲ ਸ਼ਹੀਦ ਕੀਤੇ ਨੇ। ਆਪਣੇ ਬੱਚੇ ਨੂੰ ਕਿਤੇ ਮਾੜੀ ਜੀ ਖਰੋਂਚ ਲੱਗ ਜੇ ਨਾ, ਸਾਧ ਸੰਗਤ ਡਾਕਟਰਾਂ ਹਸਪਤਾਲਾਂ ਤੱਕ ਦੌੜਦੇ ਆ। ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 4 ਵਾਰ ਦਿੱਤੇ, 4 ਵਾਰ ਕੇ ਵੀ ਉਸ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਤੇਰੇ ਚਰਨਾਂ ਵਿੱਚ ਤੇਰੀ ਸਗਾਤ ਪ੍ਰਵਾਨ ਹੋ ਗਈ। ਇਸ ਕਰਕੇ ਬੇਨਤੀ ਕਰਾਂਗਾ, ਵਿਸਾਖ ਧੀਰਨ ਕੋ ਵਾਂਡੀਆਂ, ਜਿੰਨਾ ਪ੍ਰੇਮ ਵਿਚੋਂ ਹਰ ਸੱਜਣ ਪੁਰਖ ਲਗ ਤਿਆਗ ਕੇ ਲੱਗੀ ਮਾਇਆ ਤੋ। ਜਿਨੇ ਆਪਣੇ ਪ੍ਰੇਮ ਪੁਰਖ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਨਾ, ਸੰਸਾਰ ਦੇ ਮਾੜੀ ਤੋਂ ਮਾੜੀ ਮਾਇਆ ਦੇ ਕਰਮ ਉਸ ਦੇ ਪੱਲੇ ਲੱਗ ਗਏ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਸਦਾ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਕਰੋ। ਆਪਣੇ ਗੁਰੂਆਂ ਦੀ ਮਹਾਨ ਬਖਸ਼ੀਸ਼ ਖਾਲਸੇ ਸਾਜਨੇ ਦੇ ਦਿਹਾੜੇ ਦੇ ਉੱਤੇ ਇਹ ਪ੍ਰਣ ਕਰੋ ਕਿ ਆਪਣੇ ਬੱਚੇ ਅੱਜ ਤੋਂ ਬਾਅਦ ਘਰ ਵਿੱਚ ਹਿੰਦੀ ਨਾ ਬੋਲਣ। ਸਤਿਗੁਰਾਂ ਦੇ ਇਤਿਹਾਸ ਦੇ ਨਾਲ ਬੱਚਿਆਂ ਨੂੰ ਜਾਣਕਾਰ ਕਰਾਓ ਕਿ ਖਾਲਸਾ ਕਿਉਂ ਸਾਜਿਆ ਤੇ ਖਾਲਸੇ ਦੀ ਪਹਿਚਾਣ ਕੀ ਹੈ। ਦੁਨੀਆ ਦੇ ਵਿੱਚ ਜੇਕਰ ਕੋਈ ਸਾਨੂੰ ਸਰਦਾਰ ਜੀ ਕਹਿ ਕੇ ਸਨਮਾਨ ਕਰਦਾ ਹੈ ਤੇ ਕਿਉਂ ਕਰਦਾ ਹੈ। ਸਾਧ ਸੰਗਤ ਇਹਨਾਂ ਗੱਲਾਂ ਦੀ ਲੋੜ ਹੈ। ਅੱਜ ਆਪਣੇ ਘਰਾਂ ਦੇ ਵਿੱਚ ਇਹਦਾ ਚਾਨਣ ਪਾਵੋ ਤਾਂ ਕਿ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖੀ ਨੂੰ ਫਲ ਫੁੱਲ ਲੱਗਦੇ ਰਹਿਣ। ਸਤਿਗੁਰੂ ਜੀ ਦੀ ਰੋਸ਼ਨੀ ਹਰ ਘਰ ਦੇ ਵਿੱਚ ਖਿੜਦੀ ਰਵੇ। ਬਚਨਾਂ ਦੇ ਨਾਲ ਸੰਕੋਚ ਕਰਦਾ ਹਾਂ, ਸਤਿਗੁਰੂ ਜੀ ਦੇ ਇਤਿਹਾਸ ਗੁਰਬਾਣੀ ਦੇ ਰਾਹੀਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਹੈ। ਸਮੁੱਚੀ ਸਾਧ ਸੰਗਤਾਂ ਨੂੰ ਇੱਕ ਵਾਰ ਫੇਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਖਾਲਸਾ ਸਾਜਨਾ ਦਿਹਾੜੇ ਦੀ ਵਿਸਾਖੀ ਸੰਗਰਾਂਦ ਸਤਿਗੁਰੂ ਜੀ ਦੀ ਬਹੁਤ ਬਹੁਤ ਕੋਟਾਨ ਕੋਟ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਮਿਹਰਾਮਤ ਕਰਨ, ਆਪ ਸਰਬੱਤ ਨੂੰ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣ। ਸਮਾਂ ਹੋ ਚੁੱਕਿਆ ਹੈ, ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ। ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ